दर्शन परसै गुरु का जन्म मरण दुख जाए। सतनाम श्री वाहेगुरु साहेब जियो। राग गौड़े ग्वारे रे महला पहला। चौपदे दुपदे एक ओंकार सतनाम करता पुरख निरपौ निर्वैर। अकाल मूरत अजूने सपं गुर प्रसाद। पौ मुझ पारा वड्डा तोल। मन मत हौले बोले बोल। सिर तार चलिया सहिया पार। नदरे कर में गुर विचार। पौ मुझ पारा वड्डा तोल। मन मत हौले बोले बोल। सिर तार चलिया सहिया पार। नदरे कर में गुर विचार। पै बिन कोई ना लंघस पार। पह पाओ राखिया पाए सवार। रहाओ पह तन अगन पख पह नाल। पह पहो कड़िया शब्द सवार। पह बिन काढ़त कछ निकछ। अंधा सच्चा अंधे सट। बुद्धि बाजे उपजा चाओ। सहस सियाणप पवना ताओ। नानक मनमुख बोलन वाओ। अंधा अखर वाओ द्वाओ। बुद्धि बाजे उपजा चाओ। सहस सियाणप पवना ताओ। नानक मनमुख बोलन वाओ। अंधा अखर वाओ दुआओ। वाहेगुरु जी का खालसा वाहेगुरु जी की फतेह। सच्चे पातशाह दीन दुनिया दे मालिक जागदी जोत 10 पातशाहियां दे आत्मक स्वरूप दीन दयाल सतगुरु धन साहिब श्री गुरु ग्रंथ साहिब जी महाराज हजूर दी करम कृपालता सदका आप जी पंथ दे महान पवित्र स्थान तखत सचखंड श्री हजूर श्री अवचल नगर साहिब विखे सतसंगत दियां कड़ियां दा सुख
ਮਾਣ ਰਹੇ ਹੋ। ਚੌਜੀ ਪਾਤਸ਼ਾਹ ਜੀ ਦਾ ਇਹ ਪਵਿੱਤਰ ਦਰਬਾਰ ਮਹਾਰਾਜ ਜੀ ਸਭ ਦੇ ਤਾਈਂ ਬਖਸ਼ਿਸ਼ਾਂ ਕਰਦੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤੱਖ ਦਰਸ਼ਨ ਦੀਦਾਰ। ਵਡਭਾਗੀ ਹਨ ਉਹ ਰੂਹਾਂ ਜਿਨ੍ਹਾਂ ਦੇ ਮਨ ਪ੍ਰੇਮ ਵਿੱਚ ਭਿੱਜੇ ਹੋਏ ਅੱਜ ਵੀ ਸਤਿਗੁਰੂ ਜੀ ਦਾ 10ਵੇਂ ਜਾਮੇ ਦੇ ਸਰੂਪ ਦਾ ਪ੍ਰਤੱਖ ਦਰਸ਼ਨ ਕਰ ਲੈਂਦੇ ਹੈ, ਕਿਉਂਕਿ ਮਹਾਰਾਜ ਜੀ ਨੇ ਇਸੇ ਹੀ ਸਥਾਨ ਤੇ ਆਗਿਆ ਕੀਤੀ ਸੀ। ਖਾਲਸਾ ਜੀ ਸਾਡਾ ਅਸਲ ਸਰੂਪ ਪ੍ਰਕਾਸ਼ ਰੂਪ ਹੈ। ਅਸੀਂ ਅਨਾਦਿ ਹਾਂ, ਜੰਮਣ ਮਰਨ ਵਿੱਚ ਨਹੀਂ ਹਾਂ, ਅਬਨਾਸ਼ੀ ਹਾਂ, ਅਟਲ ਹਾਂ, ਸਦੀਵੀ ਹਾਂ। ਜੇ ਸਾਨੂੰ ਮਿਲਣਾ ਹੈ ਤੇ ਫਿਰ ਸ਼ਬਦ ਵਿੱਚੋਂ ਸਾਡੀ ਖੋਜ ਕਰਿਓ। ਸ਼ਬਦ ਤੁਹਾਡਾ ਸਰੂਪ ਹੈ। ਸਿੱਖਾਂ ਨੇ ਭਾਵਨਾ ਕੀਤੀ, ਮਹਾਰਾਜ ਜਿਹੋ ਜੀ ਆਪ ਦੀ ਸੱਚੇ ਪਾਤਸ਼ਾਹ ਜੀ ਇਸ ਸਰੂਪ ਦੀ ਸ਼ੋਭਾ ਏ, ਇਹ ਤਾਂ ਮਹਾਰਾਜ ਦੇਵੀ ਦੇਵਤੇ ਪਏ ਤਰਸਦੇ ਇਹੋ ਜਿਹੇ ਦਰਸ਼ਨਾਂ ਨੂੰ। ਮਹਾਰਾਜ ਜੇ ਸਾਡੀ ਇਹ ਇੱਛਾ ਹੋਵੇ ਕਿ ਉਵੇਂ ਆਪ ਦੇ ਦਰਸ਼ਨ ਹੋਣ, ਆਪ ਜੀ ਦਾ ਨੂਰੋ ਨੂਰ ਚਿਹਰਾ, ਰਸੀਲੇ ਨੇਤਰ, ਦਾਗਦਾ ਹੋਇਆ ਮਸਤਕ, ਝੂਲਦੀ ਹੋਈ ਸ਼ੀਸ਼ ਤੇ ਕਲਗੀ ਸਾਹਿਬ, ਸੁੰਦਰ ਸ਼ਸਤਰਾਂ ਦਾ ਕਮਰ ਕੱਸਾ, ਘੋੜੇ ਤੇ ਚੜੇ ਹੋਏ ਆਪ ਜੀ ਦੇ ਹਸਤ ਕਮਲ ਦੇ ਉੱਪਰ ਬੈਠਾ ਹੋਇਆ ਬਾਜ। ਸਤਿਗੁਰੂ ਇਹ ਤਾਂ ਆਪ ਦਾ ਸਰੂਪ ਹੀ ਕਾਇਰਾਂ ਦੀ ਕਾਇਰਤਾ ਨੂੰ ਨਾਸ਼ ਕਰਦਾ ਹੈ। ਮਹਾਰਾਜ ਪ੍ਰੇਮੀਆਂ ਨੂੰ ਉਮਾ ਬਖਸ਼ਦਾ ਆਪ ਜੀ ਦਾ ਦਰਸ਼ਨ। ਜੇ ਸਾਡੀ ਇੱਛਾ ਹੋਵੇ ਤਾਂ ਮਹਾਰਾਜ ਇਸੇ ਸਰੂਪ ਵਿੱਚ ਸਾਨੂੰ ਦਰਸ਼ਨ ਹੋ ਜਾਇਆ ਕਰਨਗੇ। ਮਹਾਰਾਜ ਨੇ ਕਿਹਾ, ਹਾਂ ਖਾਲਸਾ ਜੀ, ਜੇ ਸਾਡੇ ਇਸ ਸਰੂਪ ਦੇ ਦਰਸ਼ਨ ਦੀ ਵੀ ਭਾਵਨਾ ਕਰੋਗੇ ਨਾ ਸ਼ਬਦ ਦੀ ਕਮਾਈ ਕਰਕੇ, ਤਾਂ ਅਸੀਂ ਇਸ ਸਰੂਪ ਵਿੱਚ ਵੀ ਦਰਸ਼ਨ ਬਖਸ਼ ਕੇ ਨਿਹਾਲ ਕਰ ਦਿਆ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨਿਰੰਕਾਰ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿੰਨੀਆਂ ਬਖਸ਼ਾਂ ਆਪਦੇ ਖਾਲਸੇ ਨੂੰ ਵੰਡੀਆਂ, ਰਹਿਮਤਾਂ ਵਰਤਾਈਆਂ, ਆਪਣਾ ਆਪ ਆਪਣੇ ਖਾਲਸੇ ਨੂੰ ਸਤਿਗੁਰਾਂ ਜੀ ਨੇ ਸੌਂਪਿਆ। ਐਸੇ ਮੁਕੱਦਸ ਸਥਾਨ ਦਾ ਆਪ ਦਰਸ਼ਨ ਕਰਦੇ ਹੋ ਜਿੱਥੇ ਚੌਂਕੜਾ ਲਾ ਕਰਕੇ ਆਪਾਂ ਬੈਠਦੇ ਹਾਂ। ਬੜੀਆਂ ਬੜੀਆਂ ਨਾਮਵਰ ਰੂਹਾਂ ਇੱਥੇ ਚੌਂਕੜੇ ਲਾ ਲਾ ਕੇ ਬੈਠਦੀਆਂ ਰਹੀਆਂ ਨੇ। ਬੜੇ ਬੜੇ ਕਮਾਈ ਵਾਲੇ ਗੁਰਸਿੱਖ ਤਖਤ ਸਾਹਿਬ ਦੇ ਇਹਨਾਂ ਥਾਵਾਂ ਤੇ ਬਹਿ ਕਰਕੇ ਸਤਿਗੁਰੂ ਜੀ ਦੀ ਯਾਦ ਵਿੱਚ ਭਿੱਜ ਕਰਕੇ ਸ਼ਬਦ ਨਾਲ ਇੱਕਮਿਕ ਹੁੰਦੇ ਰਹੇ ਹੈ। ਸਾਡੇ ਵਡਭਾਗ ਨੇ ਇਹ ਮਸਤਕ ਤੇ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਲੇਖ ਪਾਇਆ ਕਿ ਸਾਨੂੰ ਆਪਣੇ ਏਡੇ ਮੁਕੱਦਸ ਸਥਾਨ ਤੇ ਦਰਸ਼ਨਾਂ ਦਾ ਸੰਗਤ ਕਰਨ ਦਾ ਮਹਾਰਾਜ ਜੀ ਨੇ ਸੁਭਾਗ ਬਖਸ਼ਿਆ ਏ। ਇਹਨਾਂ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਸੁਤੇ ਨਹੀਂ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ, ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀਆਂ। ਸਤਿਗੁਰੂ ਜਦੋਂ ਰਹਿਮਤ ਕਰਦੇ ਹੈ ਫਿਰ ਜੀਵ ਨੂੰ ਮਹਿਸੂਸ ਤਾਂ ਇਉਂ ਹੁੰਦਾ ਹੈ ਕਿ ਇਹ ਸੁਤੇ ਹੋ ਰਿਹਾ ਸਭ ਕੁਝ। ਪਰ ਸਾਧ ਸੰਗਤ ਜੀ ਨਿਰੰਕਾਰ ਦੀ ਬੜੀ ਵੱਡੀ ਬਖਸ਼ਿਸ਼ ਦੇ ਪਾਤਰ ਹੁੰਦੇ ਆ ਉਹ ਗੁਰਸਿੱਖ ਜਿਨ੍ਹਾਂ ਨੂੰ ਮਹਾਰਾਜ ਜੀ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਦੀ ਮਹਿਮਾ। ਸਾਧ ਸੰਗਤ ਜੀ ਇਸ ਅਸਥਾਨ ਦੀ ਬਾਬਤ ਕਿਹਾ ਹੈ ਕਿ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ, ਸ਼੍ਰੀ ਅਬਚਲ ਨਗਰ ਅਪਾਰ। ਸੱਚੇ ਪਾਤਸ਼ਾਹ ਜੀ ਦੀ ਪ੍ਰਤੱਖ ਜੋਤ ਪ੍ਰਕਾਸ਼ ਰਹੀ ਹੈ। ਵਡਭਾਗੀ ਨੇ ਉਹ ਜਿਨ੍ਹਾਂ ਨੂੰ ਜਦੋਂ ਇੱਥੇ ਪੁਰਬਾਂ ਨੂੰ ਮਨਾਇਆ ਜਾਂਦਾ ਹੈ
ਫਿਰ ਰਵਾਇਤ ਮੁਤਾਬਕ ਸਤਿਗੁਰੂ ਜੀ ਦਾ ਘੋੜਾ ਸ਼ਿੰਗਾਰਿਆ ਜਾਂਦਾ ਹੈ, ਨਗਾਰੇ ਤੇ ਚੋਬ ਵੱਜਦੀ ਹੈ, ਨਿਸ਼ਾਨਾਂ ਦੀ ਛਤਰ ਛਾਇਆ ਥੱਲੇ ਮਹੱਲਾ ਨਿਕਲਦਾ ਏ। ਬਚਪਨ ਵਿੱਚ ਅਸੀਂ ਸੁਣਿਆ ਕਰਦੇ ਸਾਂ, ਜਦੋਂ ਦਰਸ਼ਨ ਨਹੀਂ ਸੀ ਕੀਤਾ, ਵੱਡੇ ਜਦੋਂ ਕੋਈ ਦਰਸ਼ਨ ਕਰਕੇ ਆਉਂਦੇ ਆਖਣਾ, ਜਦੋਂ ਘੋੜਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਸ਼ਿੰਗਾਰਿਆ ਤਖ਼ਤ ਸਾਹਿਬ ਦੇ ਸਾਹਮਣੇ ਆਉਂਦਾ ਹੈ, ਉਦੋਂ ਸਤਿਗੁਰੂ ਜੀ ਉਸ ਘੋੜੇ ਤੇ ਸਵਾਰ ਹੋ ਜਾਂਦੇ। ਘੋੜੇ ਦੀ ਪ੍ਰਕਿਰਿਆ ਵੀ ਇਹ ਜੀ ਹੋ ਜਾਂਦੀ ਹੈ ਜਿਵੇਂ ਕੋਈ ਸਵਾਰ ਹੋ ਗਿਆ ਹੋਵੇ। ਜਿਨ੍ਹਾਂ ਦੀ ਕਮਾਈ ਹੈ, ਜਿਨ੍ਹਾਂ ਦੇ ਹਿਰਦੇ ਨਿਰਛਲ ਹੈ, ਮਹਾਰਾਜ ਜੀ ਦੇ ਉਹ ਗੁਰਸਿੱਖ ਦਰਸ਼ਨ ਪਾ ਕੇ ਧੰਨ ਹੋ ਜਾਂਦੇ ਆ। ਮਹਾਰਾਜ ਉਹਨਾਂ ਨੂੰ ਮੁਸਕਰਾਉਂਦਿਆਂ ਹੋਇਆਂ ਦਰਸ਼ਨ ਦਿੰਦੇ ਆ ਸੱਚੇ ਪਾਤਸ਼ਾਹ, ਤੇ ਜਿਹਨੂੰ ਮੁਸਕਰਾਉਂਦੇ ਹੋਏ ਗੁਰੂ ਕਲਗੀਧਰ ਸਾਹਿਬ ਦਾ ਚਿਹਰਾ ਦਿਸਦਾ ਹੋਵੇ, ਉਹਦੇ ਲਈ ਤਾਂ ਸਾਧ ਸੰਗਤ ਜੀ ਸਾਰੀ ਕਾਇਨਾਤ ਹੀ ਖਿੜੀ ਹੈ, ਉਹਦੇ ਲਈ ਤਾਂ ਖੇੜਾ ਹੀ ਖੇੜਾ ਹੈ, ਖੁਸ਼ੀ ਖੁਸ਼ੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜਿਨ੍ਹਾਂ ਨੂੰ ਤਰਸ ਕਰਕੇ ਆਪਣੇ ਪ੍ਰੇਮ ਦਾ ਪ੍ਰਸਾਦ ਦਿੰਦੇ ਹੈ, ਉਹੀ ਇਸ ਸਾਧ ਸੰਗਤ ਜੀ ਦਰਸ਼ਨਾਂ ਦੇ ਭਾਗੀ ਬਣਦੇ ਹਨ। ਮਹਾਰਾਜ ਜੀ ਤੋਂ ਪ੍ਰੇਮ ਦੀ ਦਾਤ ਮੰਗਿਆ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਦਰਬਾਰ ਅੰਦਰ ਪੁਰਖੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਮਨ ਇਕਾਗਰ ਕਰੀਏ, ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨਾਲ ਪ੍ਰੇਮ ਸਹਿਤ ਜੁੜਨਾ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਗੌੜੀ ਗੁਆਰੇ ਰੇ ਮਹਲਾ ਪਹਿਲਾ ਚੌਪਦੇ ਦੋ ਪਦੇ। ਸੱਚੇ ਪਾਤਸ਼ਾਹ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੌੜੀ ਰਾਗ ਵਿੱਚ ਮਹਾਰਾਜ ਜੀ ਹੁਣ ਸ਼ਬਦ ਉਚਾਰਨ ਕਰ ਰਹੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਗਰੀਬ ਨਵਾਜ ਦੀਨ ਦਿਆਲ ਸਤਿਗੁਰੂ ਜੀ ਮਾਝ ਰਾਗ ਦੀ ਸਮਾਪਤੀ ਕਰਕੇ ਵਾਰ ਦੇ ਉੱਪਰ ਫਿਰ ਸਤਿਗੁਰੂ ਜੀ ਨੇ ਇਹ ਗੌੜੀ ਰਾਗ ਦੀ ਆਰੰਭਤਾ ਕੀਤੀ ਹੈ। ਗਰੀਬ ਨਵਾਜ ਜੀ ਨੇ ਸਾਧ ਸੰਗਤ ਜੀ ਰਾਗ ਮਾਲਾ ਵਿੱਚ ਗੌੜੀ ਰਾਗ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਰਾਗ ਦੀ ਰਾਗਣੀ ਕਿਹਾ ਹੈ। ਗਵਰੀ ਗਾਵ ਹੈ ਆਸਾਵਰੀ ਇਹ ਪਾਛੈ ਸਿੰਧ ਵੀ ਅਲਾਪੀ ਸ਼੍ਰੀ ਰਾਗ ਸਿਉ ਪੰਚੋ ਥਾਪੀ। ਇਹ ਪੰਜਾਂ ਵਿੱਚੋਂ ਇੱਕ ਸ਼੍ਰੀ ਰਾਗ ਦੀ ਰਾਗਣੀ ਜਿਹੜੀ ਹੈ ਗਵਰੀ, ਉੱਥੇ ਗਵਰੀ ਸ਼ਬਦ ਕਿਹਾ ਭਾਵ ਗੌੜੀ। ਇਹ ਗੌੜੀ ਰਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼੍ਰੀ ਰਾਗ ਦੀ ਰਾਗਣੀ ਵਜੋਂ ਸਤਿਗੁਰਾਂ ਜੀ ਨੇ ਦਰਜ ਕੀਤਾ ਹੈ। ਵਧੀਕ ਬਾਣੀ ਹੈ ਸੱਚੇ ਪਾਤਸ਼ਾਹ ਜੀ ਦੀ ਇਸ ਰਾਗ ਦੇ ਅੰਦਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੜੇ ਬੜੇ ਸਾਡੇ ਪੁਰਖਿਆਂ ਨੇ ਮਹਿਮਾ ਕਹੀ ਹੈ, ਪਰ ਮਹਿਮਾ ਕਹਿੰਦਿਆਂ ਹੋਇਆਂ ਕਿਹਾ ਕਿ ਇਸ ਮਹਿਮਾ ਨੂੰ ਆਪਾਂ ਨਹੀਂ ਸੰਪੂਰਨ ਕਹਿ ਸਕਦੇ। ਗੁਰੂ ਮਹਾਰਾਜ ਨੇ ਜਿਵੇਂ ਬਖਸ਼ਿਸ਼ ਕੀਤੀ ਹੈ ਨਾ, ਗੁਰੂ ਅਰਜਨ ਸਾਹਿਬ ਨੇ ਬਾਣੀ ਨੂੰ ਸੂਤਰ ਵਿੱਚ ਪਰੋਇਆ ਹੈ। ਇਹ ਤਾਂ ਸਾਧ ਸੰਗਤ ਜੀ ਹੁਣ ਮਹਿਮਾ ਇਸ ਤਰ੍ਹਾਂ ਹੈ ਕਿ ਇੱਕ ਸਮੁੰਦਰ ਹੈ ਤੇ ਬੁੱਧੀ ਸਾਡੀ ਸਿੱਪੀ ਦੀ ਨੇ ਆਈ ਹੈ, ਤੇ ਸਿੱਪੀ ਨਾਲ ਹੁਣ ਸਮੁੰਦਰ ਨੂੰ ਕਿਵੇਂ ਉਲੀਚਿਆ ਜਾ ਸਕਦਾ ਹੈ। ਸਮਰੱਥ ਸਤਿਗੁਰੂ ਜੀ ਦੇ ਮੁਖ ਤੋਂ ਨਿਕਲੇ ਹੋਏ ਬੋਲ ਮਹਾਰਾਜ ਨੇ ਪਰੋਈ ਹੋਈ ਹੈ ਪਵਿੱਤਰ ਰਾਗਾਂ ਵਿੱਚ ਬਾਣੀ ਦੀ ਮਾਲਾ ਕਿਵੇਂ ਮਹਿਮਾ ਕਹੀ ਜਾ ਸਕਦੀ ਹੈ। ਇਹ ਤਾਂ ਬੇਅੰਤ ਬੇਅੰਤ ਕਹਿ ਕੇ ਹੀ, ਵਿਸਮਾਦ ਵਿਸਮਾਦ ਕਹਿ ਕੇ, ਆਨੰਦ ਆਨੰਦ ਸੁੱਖ ਹੀ ਸੁੱਖ ਕਹਿ ਕੇ ਹੀ ਬਿਆਨ ਕੀਤਾ ਜਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਮਾਝ ਰਾਗ ਦੀ
भोग पा के सतगुरां जी ने ये गौड़ी राग साध संगत जी आरंभ किया है। महाराज जी सरलेख करते है गौड़ी ग्वारेरी। ये गौड़ी की साध संगत जी ग्वारेरी जाति है। विद्वाना ने 9 प्रकार की गौड़ी मनी है, पर संप्रदाय के अंदर 13 प्रकार की गौड़ी जिहड़ी साध संगत जी मनी जाती है। जिमें गौड़ी ग्वारेरी है, गौड़ी पूर्वी है, गौड़ी दक्षिणी है, गौड़ी चेती है, गौड़ी बैरागण है, गौड़ी माला है, गौड़ी मालवा है। ये गौड़ी दियां सारियां जातियां महाराज जी ने उचारण कीतियां। फिर गौड़ी नामी भी कहा है। फिर सच्चे पातशाह जी ने कहा है गौड़ी पी सोरठ पी रे जी नलज लाज तोहे नाही हर तज कट काहू कह जाही। ये उथे गौड़ी की ही ये जाति नाल रला करके महाराज साहब सच्चे पातशाह जी ने भगत बाणी विच लिखी है। फिर ये भी सरलेख दिता है गौड़ी 13वीं फरमान तेरा सिरै उपर। ये बचन कहे है कि गौड़ी 13वीं का सरलेख रख करके फिर न करत विचार तू ही दरिया तू ही करिया तुझे ते निस्तार। ये गौड़ी दियां जातियां सच्चे पातशाह जी महाराज जी ने साध संगत जी बाणी के अंदर लिखियां हन। ते इहदा जिहड़ा राग वै ये साध संगत जी महाराज जी ने जिवें दास ने बेनती की है रागणी वजों सतगुरां जी ने उचारण किया है। बहुत जिथे भावें रागणियां महाराज जी ने कहा है, पर उन्होंने सतगुरां जी ने प्रधानता गुरु ग्रंथ साहब जी के अंदर ओहो जी दिती है सच्चे पातशाह जी महाराज जी ने। तो हजूर पहले पातशाह धन गुरु नानक साहब जी की बाणी महाराज सच्चे पातशाह जी राग दे आरंभ करदे सतगुरु जी लिखवा रहे है। महला पहला गौड़ी ग्वारेरी। गौड़ी राग है, ग्वारेरी जाति है। महला पहला। पहले पातशाह जगत के मालिक धन गुरु नानक साहब सच्चे पातशाह जी हजूर अपने श्री कंठ तो उचारण करते हैं। ये साध संगत जी ग्वारेरी जिहड़ी गौड़ी महाराज जी उचारण कर रहे है 4 पदे ते 2 पदे। 4 पौड़ियां वाले शब्द भी आउणगे ते 2-2 पौड़ियां वाले शब्द भी आउणगे। 4 पदे का अर्थ है 4 पद 4 भाग। 2 पदे का अर्थ है कि 2 भाग 2 हिस्से। जिहड़ा पाठ करना ना दुपदे चपदे इस तरह यह गलत है। महाराज साहब जी ने ये साध संगत जी सानू बाणी के अंदर होर भी जिहड़े शब्द उचारण उन्होंने विधि भी सतगुरां दसी है। फिर ये बड़े भेद ने। गुरु साहब जी ने एडा ही उपकार किया जदों सिंघां ने आख्या कि महाराज ये तां पूरे सतगुरु जी की बाणी तो महाराज फिर आप ही जाणदे हो ना, तो महाराज सानू इहदा बोध दिओ, फिर ज्ञान दिओ। तो कई इउं करदे है कि अखबार पढ़नी तो उवें ही गुरमुखी च है, पढ़ ही लैनी है बाणी। वो इस करके निझक हो गए, ज्यादा हौसला खुल गया कि पदछेद महाराज के स्वरूप जिहड़े साध संगत जी होंद विच आए। तो फिर उन्होंने हुण अगों तो अगों सौखा बहुत कर दिता, भावें कि उन्होंने सिख संगत की सहूलत लई ही किया है कि विश्राम ते जमकियां भी रंगां मुताबक जिहड़ियां हन दिखाइयां ने गुरमुखां ने, उन्हां तो उपकार ही किया है। पर की है कि इहदे नाल मेहनत नहीं होना हुण प्रेमी करदे। जिवें पहला गुरुद्वारे साहब के अंदर पाठशाला हुंदी सी, विद्यार्थी पढ़ते सी, अजे भी जिहड़े उपकारी गुरमुख ने वो गुरुद्वारे साहबां दे अंदर संथਿਆ कराउंदे है, गुरबाणी का बोध वंडदे है। ते ये महाराज की चलाई हुई टकसाल विच निजम है। श्रीमान संत बाबा करतार सिंह जी क्या करते सी कि भाई जिहड़ा ब्रह्म विद्या नूं पढ़ के अगे नहीं पढ़ाउंदा वो डड्डू की जून च पएगा फिर, क्योंकि ये ब्रह्म विद्या ये नाम जपना ही है। ते आपदा नाम भी जरूर जपना,
क्योंकि जिथे श्रीमान संत ज्ञानी गुरबचन सिंह जी खालसा पिंडरां वाले महापुरख सारे देश का रटन करते, विद्यार्थी उन्हां दी ये चलदी फिरदी यूनीवर्सिटी के नाम नाल उन्हां दे समय विच याद किया जाता सीगा कि ये जिहड़ी सतगुरां जी की टकसाल है चलदी फिरदी यूनीवर्सिटी, ते जिहड़े उन्होंने साध संगत जी घड़े है गुरु गोबिंद सिंह सच्चे पातशाह जी महाराज की बख्शिश जियां दे अंदर वरताई है, वो तो अजे तक भी बहुत उन्होंने कमाई दे जिहड़े जिन्हों ने प्रसाद प्राप्त किए अजे भी उन्होंने जीवन स्पर्शीए गलबात करिए ते धानी हैं वो भी गुरमुख महापुरखों ने। ये साध संगत जी निजम सी, बाणी दा नितनेम एडा प्रपक सी, किसी नाल कोई गलबात बाली नहीं सी करया करदे। फिर गुरबाणी दे अर्थ निजम नाल कथा दे अंदर विद्यार्थियों नूं पढ़ाउणे ते साल विच 2-3 महीने का समा यह जिहा रखते हुंदे सी, जदों फिर सारे विद्यार्थियों नूं छुट्टी दे दिंदे सी कि भाई जिन घर जाना घर जाओ, जिन रहना है जो बोपा राय विखे अस्थान सी या फिर पिंडर कला विखे जो अस्थान सी मुख जिहड़ा केंद्रीय स्थान रखते सन, उत्थे फिर जिन रहना कहना भी तुसीं भाई सेवा करो, आपदा भजन बंदगी करो, ते जे साडे नाल किसी नूं मिलण दी इच्छा होवे असीं मिल नहीं सकना इस समय विच, पर दोपहर दे समय असीं सहज पाठ दा नियम रखना। उदों जे किसी का दिल करे तो हजूर की हजूरी विच आके सहज पाठ भाई सुन लिया करिओ। उन्ने दिन बाला इहो जिहा नियम रखते कि कोई संसारी गलबात तां कि किसी नाल मिलते भी नहीं सन। तो फिर वो 2-3 महीने का समा महाराज दे नाल इहो जी सुरत प्यार नाल एकागर करनी। फिर उन्होंने साध संगत जी इहो जिहा दौरा करना, जिधर भी लंघ जाते सन अज भी उन्हां थावां ते याद करते उन्हां सतपुरुषां नूं। जे किसी बजुर्ग ने उन्हां दी रसना तो कथा सुनी है तो साध संगत जी याद करदे ही बराग करन लग जाते। ये कारण है कि गुरु साहब जी की बाणी की निरोल कथा करया करते सी। गुरु गोबिंद सिंह सच्चे पातशाह जी महाराज की प्रतख शक्ति उन्हां दी रसना तो बाणी दे राही जियां दे कन्नां विच पैंदी सी। ये लोड़ है कि गुरुद्वारे साहिबां दे अंदर बहुत जिहड़े सियाणे सुलझे निमरतावान हलीमी वाले ब्रह्म विद्या विच प्रपक गुरसिख होण तां अज भी कौम की बड़ी चढ़दी कला होवे। कई थावां ते जिथे हन ना गुरसिख महापुरखां दे लाए हुए बूटे, साध संगत जी 100वां च की हजारां च बच्चियां ने संथ्या कर ली गुरु साहब जी की बाणी की, नाले संसारी विद्या भी पूरी कर ली। क्योंकि जिन्हें संसारी विद्या पढ़नी है उन्होंने बहुत औखा है कि किसी थां ते जां इंडिया विच आके जिहड़े बाहरले देशां च बच्चे पढ़ते हैं कि छुट्टियां च ही आके पढ़ सकते हैं ना, तो वह भी नौजवान लड़कियां नूं हुण घर दे इजाजत देण तां फिर ही विचारियां आ सकदियां। पर जिथे उन्हां दे शहर ने उन्हां गुरुद्वारे साहिबां विच जे कोई इहो जिहा गुरमुख है नाम बाणी दा रसिया ब्रह्म विद्या विच प्रपक, उन्होंने तो मौजां लग गई। नाले संसारी विद्या भी पढ़ ली, नाले ब्रह्म विद्या भी पढ़ ली। लोग सुखीए ते परलोक सुहेले हो गए। धन हन उन्होंने जिन्हें एडा वड्डा लाभ उठाया है। तो सच्चे पातशाह जी महाराज जी ने ये बोध आप बख्शिश किया जदों गुरु 10वें पातशाह के चरणों च सिखा ने अरदास की, महाराज बाणी दे भेद तां तुसीं आप ही जाणदे हो ना महाराज, ये सानू हुण सिखाओ किरपा करो। फिर महाराज प्रणाली चलाई सच्चे पातशाह ने दमदमा साहिब, हजूर ने अपने श्रीकंठ तो अर्थ पढ़ाए, बाणी उचारी, ते महाराज जी ने आख्या कि भाई तुसीं हुण गुरसिखो इस बाणी दे अर्थां दा अगे प्रचार करना है। वो सेवा महाराज जी ने बाबा दीप सिंह साहब जी दे जिम्मे लाई, सिंध साहब भाई मनी सिंह साहब जी दे जिम्मे लाई। सच्चे पातशाह जी ने सेवा किड्डा उपकार किया धन गुरु गोबिंद सिंह सच्चे पातशाह जी महाराज जी ने, नहीं तो सानू किन बोध देना सी फिर बाणी दा। ये महाराज जी ने साडे ते रहमत वरताई।
ਆਪਣੀ ਬਾਣੀ ਦਾ ਹਜ਼ੂਰ ਨੇ ਬਹੁਤ ਆਪ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਕਿ ਮਹਾਰਾਜ ਜੀ ਗੌੜੀ ਰਾਗ ਦੇ ਅੰਦਰ ਗੁਆਰੇਰੀ ਜਾਤੀ ਦੇ ਥੱਲੇ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹਜ਼ੂਰ ਲਿਖਵਾ ਰਹੇ ਹੈ ਤੇ ਚੌਪਦੇ ਤੇ ਦੋ ਪਦਿਆਂ ਵਾਲੇ ਸ਼ਬਦ ਜਿਹੜੇ ਹਨ ਇਸ ਦੇ ਅੰਦਰ ਆਉਣਗੇ। ਜਦੋਂ ਰਾਗ ਦੀ ਮਹਾਰਾਜ ਜੀ ਆਰੰਭਤਾ ਕਰ ਰਹੇ ਹੈ ਤੇ ਮਹਾਰਾਜ ਮਹਾਮੰਤਰ ਸਤਿਗੁਰੂ ਜੀ ਆਰੰਭ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਮਹਾਮੰਤਰ ਸਾਧ ਸੰਗਤ ਜੀ ਜੋ ਰਾਗ ਦੇ ਆਰੰਭ ਵਿੱਚ ਉਚਾਰਨ ਕੀਤਾ ਹੈ, ਜੋ ਗੁਰਮੁਖ ਖਿਆਲ ਦਿੰਦੇ ਹੈ ਕਿ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ ਸਾਧ ਸੰਗਤ ਜੀ, ਉਹਦੀ ਵੀ ਵੱਡੀ ਇਹ ਉਦਾਹਰਨ ਮੈਂ ਜਿਹੜਾ ਮੂਲ ਹੁੰਦਾ ਨਾ ਉਹ ਇੱਕ ਹੀ ਹੁੰਦਾ ਹੈ, 2 3 ਜਾਂ 4 10 12 ਨਹੀਂ ਮੂਲ ਹੁੰਦੇ। ਤੇ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਜੀ 'ਚ ਇੱਕੇ ਵਾਰੀ ਆਇਆ ਹੈ। ਮਹਾਮੰਤਰ ਰਾਗਾਂ ਦੇ ਵਿੱਚ ਆਰੰਭਤਾ ਵਿੱਚ ਸਤਿਗੁਰਾਂ ਜੀ ਨੇ ਧਰਨਾ ਕੀਤਾ ਹੈ ਤੇ ਵਧੀਕ ਵਾਰ ਆਇਆ ਹੈ ਮਹਾਮੰਤਰ, ਪਰ ਮੂਲ ਮੰਤਰ ਜਿਹੜਾ ਨਾ ਉਹ ਇੱਕ ਵਾਰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਇਆ ਤੇ ਉਹ ਆਰੰਭਤਾ ਵਿੱਚ ਆਉਂਦਾ ਕਿਉਂਕਿ ਮੁੱਢ ਹੈ ਨਾ ਤੇ ਉੱਥੋਂ ਫਿਰ ਮੁੱਢ ਸ਼ੁਰੂ ਹੁੰਦਾ ਹੈ। ਇਹ ਵੀ ਪ੍ਰਤੀਕ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਤੇ ਹਜ਼ੂਰ ਆਪਣੇ ਸ਼੍ਰੀ ਕੰਠ ਤੋਂ ਮਹਾਮੰਤਰ ਉਚਾਰ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਾਗ ਦੀ ਆਰੰਭਤਾ ਹਜ਼ੂਰ ਕਰਦੇ ਹਨ। ਇੱਕ ਓੰਕਾਰ ਜੋ ਅਦੁੱਤੀ ਹੈ ਮਹਾਰਾਜ ਕਹਿੰਦੇ ਭਾਈ ਉਹ ਇੱਕ ਹੀ ਹੈ, ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਫਿਰ ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ, ਉਹ ਇੱਕ ਹੈ। ਜੇ ਕੋਈ ਪ੍ਰਮਾਣ ਦੇ ਕਰਕੇ ਸਿੱਧ ਕਰੀਏ ਤਾਂ ਮਹਾਰਾਜ ਕਹਿੰਦੇ ਭਾਈ ਉਹਦੇ ਵਰਗਾ ਕੋਈ ਹੋਵੇ ਤਾਂ ਤੂੰ ਪ੍ਰਮਾਣ ਦੇ ਕਰਕੇ ਸਿੱਧ ਕਰ ਸਕਦਾ ਨਾ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਮਹਾਰਾਜ ਤੁਹਾਡੀ ਉਪਮਾ ਕਿਹਦੇ ਬਰਾਬਰ ਦੇ ਸਕੀਏ, ਕਿਉਂਕਿ ਤੁਹਾਡੇ ਵਰਗੇ ਤੁਸੀਂ ਆਪ ਹੀ ਹੋ, ਹੋਰ ਕੋਈ ਮਹਾਰਾਜ ਹੈ ਹੀ ਨਹੀਂ। ਇਸ ਕਰਕੇ ਮਹਾਰਾਜ ਨੇ ਕਿਹਾ ਉਹ ਅਦੁੱਤੀ ਹੈ, ਫਿਰ ਉਹ ਅਦਵੈਤ ਹੈ। ਇਹ ਸਤਿਗੁਰੂ ਜੀ ਨੇ ਏਕਾ ਲਾ ਕਰਕੇ ਜਣਾਇਆ ਕਿ ਭਾਈ ਉਹ ਇੱਕ ਹੈ, ਉਹਦੇ ਵਰਗਾ ਕੋਈ ਦੂਸਰਾ ਨਹੀਂ। ਭਾਵੇਂ ਕਿ ਸੰਸਾਰ ਦੇ ਅੰਦਰ ਜੋ ਧਰਮ ਹਨ ਉਹਨਾਂ ਨੇ ਪਰਮੇਸ਼ਰ ਨੂੰ ਵੱਖਰੇ ਵੱਖਰੇ ਨਾਮਾਂ ਨਾਲ ਸਾਧ ਸੰਗਤ ਜੀ ਚਿੰਤਨ ਕੀਤਾ ਹੈ, ਪਰ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਭਾਈ ਇੱਕੇ ਦੇ ਹੀ ਨਾਮ ਸਭ ਨੇ ਧਰੇ ਹੋਏ ਹੈ ਆਪਣੇ ਪੀਰ ਪੈਗੰਬਰ ਦੀ ਸਿੱਖਿਆ ਮੁਤਾਬਕ, ਪਰ ਹੈ ਨਿਰੰਕਾਰ ਇੱਕ। ਫਿਰ ਮਹਾਰਾਜ ਨੇ ਕਿਹਾ ਓੰਕਾਰ, ਉਹ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਇਹਦਾ ਮੁੱਖ ਅਰਥ ਸਮਝਣਾ, ਜਦੋਂ ਉਚਾਰਨ ਕਰੀਏ ਨਾ ਚੇਤੇ ਕਰੀਏ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਸੇ ਸਮੇਂ ਵਾਹਿਗੁਰੂ ਜੀ ਦੀ ਸ਼ਕਤੀ ਰੱਖਿਆ ਕਰਦੀ ਹੈ। ਇਹ ਓੰਕਾਰ ਦਾ ਅਰਥ ਹੈ। ਜਦੋਂ ਪਰਮੇਸ਼ਰ ਨੂੰ ਯਾਦ ਕਰੀਏ, ਧਿਆਨ ਕਰੀਏ ਤੇ ਫਿਰ ਉਸੇ ਸਮੇਂ ਇਹ ਸ਼ਕਤੀ ਸਾਡੀ ਰੱਖਿਆ ਕਰਨ ਲੱਗ ਜਾਂਦੀ ਹੈ। ਤੇ ਉਹ ਰੱਖਿਆ ਕਿਵੇਂ ਕਰਦੀ ਹੈ, ਉਹਨੂੰ ਹੱਥਾਂ ਤੋਂ ਬਿਨਾਂ ਹੀ ਸਾਧ ਸੰਗਤ ਜੀ ਰੱਖਿਆ ਕਰ ਦਿੰਦੀ ਹੈ ਸ਼ਕਤੀ। ਗੋਲਕਾਂ ਤੋਂ ਬਿਨਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜੀ ਕਾਰ ਦੁਆਲੇ ਕਰ ਦਿੰਦੇ ਹੈ ਕਿ ਕੋਈ ਦੁੱਖ ਨੇੜੇ ਨਹੀਂ ਆਉਂਦਾ ਹੈ, ਕੋਈ ਰੋਗ ਨੇੜੇ ਨਹੀਂ ਆਉਂਦਾ ਹੈ, ਕੋਈ ਚਿੰਤਾ ਤਕਲੀਫ ਨੇੜੇ ਨਹੀਂ ਆਉਂਦੀ ਹੈ। ਫਿਰ ਮਹਾਰਾਜ ਨੇ ਕਿਹਾ ਕਿ ਭਾਈ ਜਿਹੜਾ ਉਹ ਸ਼ਬਦ ਹੈ ਨਾ, ਇਹਦੇ ਕਥਨ ਨਾਲ, ਇਹਦੇ ਉਚਾਰਨ ਨਾਲ ਮਹਾਰਾਜ ਕਹਿੰਦੇ ਨੇ ਸਾਰੀ ਕਾਇਨਾਤ ਦੀ ਉਤਪਤੀ ਹੋਈ ਹੈ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਇਹ ਰਾਤ ਦਿਨ ਸੂਰਜ ਚੰਦਰਮਾ ਧਰਤੀ ਆਕਾਸ਼ ਇਹ ਸਭ ਕੁਝ ਮਹਾਰਾਜ ਨੇ ਕਿਹਾ ਕਿ ਇੱਕ ਕਵਾਵਾ ਤੇ ਸਭ ਹੋਵਾ, ਇੱਕ ਸ਼ਬਦ ਨਾਲ ਹੀ ਸਭ ਕੁਝ ਉਤਪੰਨ ਹੋਇਆ ਹੈ। ਤੇ ਜਿਹੜੀ ਸਾਧ ਸੰਗਤ ਜੀ ਇਹ ਕਾਰ ਹੈ ਨਾ, ਇਹ ਪਰਮੇਸ਼ਰ ਦਾ ਜਨਾਇਕ ਹੈ। ਉੱਥੇ ਆਪਾਂ ਕੀ ਪੜ੍ਹਦੇ ਹਾਂ, ਚੌਗਿਰਦ ਹਮਾਰਾ ਰਾਮ ਕਾਰ, ਇਹੀ ਕਾਰ ਹੈ, ਇਹੀ ਪਰਮੇਸ਼ਰ ਹੈ, ਇਹੀ ਨਿਰੰਕਾਰ ਹੈ। ਉਹ ਓਮ ਸ਼ਬਦ ਉਚਾਰਨ ਹੋਇਆ ਸੀਗਾ। ਮਹਾਰਾਜ ਨੇ ਕਿਹਾ ਭਾਈ ਇਹਦੇ ਵਿੱਚ ਤਾਂ ਓਮ ਵਿੱਚ ਮਾਇਆ ਦੇ 3 ਗੁਣ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਹੈ। ਤੇ ਨਿਰੰਕਾਰ ਕਿੱਥੇ ਹੈ, ਜਿਹਦੇ ਤੋਂ ਉਤਪਤੀ ਹੋਈ ਹੈ। ਮਹਾਰਾਜ ਨੇ ਫਿਰ ਇਹ ਸਤਿਗੁਰਾਂ ਜੀ ਨੇ
ਓंकार शब्द जिहड़ा सी ये जोड़ना कीता। ते जद संगत जी साडे जिहड़े पुरातन स्वरूप ने साडे पुरखियां दे लिखे अमर शहीद बाबा दीप सिंह साहब जी का पवित्र हथ लिखत स्वरूप वो जदों कार आउंदी है ना, कार वड्डी सारी पाई हुंदी। हुण राग दे आरंभता विच इत्थे भी हथ लिखत स्वरूप विच कार वड्डी पाई। गुरु साहब जी के हुक्मनामे साहबां दा दर्शन करो, कार वड्डी पाई हुंदी सच्चे पातशाह जी ने। ये कार दी भी जिहड़ियां अपनी मर्जी नाल असीं कुंडियां नहीं मरोड़ सकदे कि डिजाइन बनाउण वास्ते कोई कुंडियां मरोड़ दे। हुण जिहड़ा है एक ओंकार स्टील दा बनाया होया जां ओह साध संगत जी पित्तल दा सोने दा महाराज जी दे अगे सजाउंदे है, तां ओहदे ओंकार शुद्ध नहीं हुंदा। तुसीं इंटरनेट ते खोज मार के वेख लिओ कि उत्थे तुहानूं ओंकार शुद्ध नहीं मिलेगा। जे इस ओंकार दा शुद्ध दर्शन करना है तो फिर साध संगत जी गुरु ग्रंथ साहब जी महाराज का ही दर्शन करना पएगा। जो हुण पातशाह स्वरूप ने इन्हां उत्ते भी शुद्धता के सहित ही उचारण किया, भाव लिखत किया होया है। जिहड़े पुरातन स्वरूप ने उन्हां दे तां साध संगत जी जदों जपजी साहब की आरंभता हुंदी है ना, जिहड़ी कार है ना वो एक अंग तो दूसरे अंग तक जाती है। अद्धी कार कई बारी एक अंग ते हुंदी है ते अद्धी दूसरे अंग तक हुंदी है। उदों कार नूं छड्ड के दूसरे अंग ते थल्ले बाणी जिहड़ी है वो लिखत कीती है। ये जिहड़ी कार है ना, इहदा कोई आद अंत नहीं है। कोई किन्नी खिंची जावे मुकनी है, इहदा कोई आद ते अंत नहीं। परमेश्वर दा कोई आद अंत नहीं है। सच्चे पातशाह जी महाराज ने कहा वो बेअंत वै। हजूर ने कहा उस निरंकार तो जिहड़ा शब्द है ना वो ये प्रगट होया है। ते सतगुरु जी ने कहा है उत्थे जदों महाराज कहंदे है ओंकार, फिर महाराज कहा ब्रह्मा उत्पत। ओंकार बाणी महाराज ने जिदा दखणी ओंकार नाम रखिया ना, तो उत्थे सतगुरां जी ने कहा कि ब्रह्मा पैदा किया। ब्रह्म कमल ते ब्रह्मा उपजै, नाभ कमल ते ब्रह्मा उपजै। ये जिहड़ी ब्रह्मा जिहड़ा सी ना कमल फुल तो पैदा किया। वेद पढ़ै मुख कंठ सवार। ये वाहिगुरु जी ने कित्थों पैदा किया है? ओंकार शब्द तो प्रगट किया है। जदों ध्यान टिकाउण वाले साधना करते हैं ना, उदों साध संगत जी इस धुनी का ही वो ध्यान टिकाउंदे है। ते इस धुन दे अंदर जदों श्वास भरीदा है, श्वास भर के इन्नी जिहड़ा है साध संगत जी गति नाल श्वास छड्डदे है कि उस नाद नूं अपने अंदर पूरदे है कन्ना राहीं। ते जदों अंदर नाद पूरिया जांदा है, ये नाद नाल ही सारी कायनात टिकी हुई है। साडे अंदर दा अस्तित्व भी जिहड़ा इस नाद करके ही साध संगत जी टिकिया होया है। इस नाद नूं जदों बाहरों कन्ना राहीं अंदर पूरीदा ना, एक शब्दां नाल ना बयान कीते जाण वाला ही आनंद जपन वाले नूं मिलदा है। उहदे अंदर बहुत ज्यादा हलचल जिहड़ी है वो साध संगत जी पहलां उहनूं प्रतीत हुंदी है, क्योंकि मन माया च खुभिया हुंदा, इस करके उथों बहुत जल्दी प्रवृत्ति होण लग जाती है। ते हौली हौली फिर ये मंत्र इन्नी निर्वृत्ति करदा संसार वल्लों माया वल्लों कि जिहड़ा ये नाद ब्रह्मंड विच पूरिया जा रहा ना, उहदे नाल उहदा ध्यान जुड़ जाता है, उहदे नाल उहदी सुरत जुड़ जाती है। जिवें रेडियो नहीं जिहड़ा स्टेशन लाओ होवे फड़ लैंदा है, किते आकाशवाणी चल रहा है, किते कोई चल रहा है। ये उस तरह ही फिर साडा शरीर रूपी रेडियो जिहड़ा ना ब्रह्मंड विच हो रहा नाद उहनूं पकड़ लैंदा है ते वो सुर लग जाती है मन करके। जदों वो सुर लगती है, स्टेशन पकड़ लैंदा निरंकार दे भजन वाला, ते फिर शरीर दे अंदरों ये नाद प्रगट होण लग पैंदा है। ये सतगुरु जी कहते भाई उत्पत्ति है सारी संसार दी इस नाद तो, रखिया है सारे संसार दी इस नाद तो, ते लैता भी इहदे नाल ही परमेश्वर ने कर देनी है। जदों उन्हें समेटना है ना, तो
तो फिर इस शब्द नाल ही समेट लेना है सब कुछ। इसे करके क्या कि परमेश्वर नूं रचन लग्गियां भी देर नहीं लगती, रखिया करन लग्गियां भी देर नहीं लगती, ते समेटण लग्गियां भी देर नहीं लगती। असीं तां हत्थां नाल करना है, चल के जाना है, तो हुण चल के तां जावे जे उत्थे होवे ना, हत्थां नाल तां करे जे उवें कुछ कर ना सकदा, वो तां सर्व कला समर्थ है। इस करके सतगुरु जी कहते भाई जीव की उत्पत्ति, जीव की प्रतिपालना ते जीव की लायता इस शब्द विच ही समाई हुई है। इस शब्द तो ही आरंभता है, इस शब्द ते ही अंत है। कोई बहुत विद्वान सीगे गुरमुख, गुरु नानक साहब की बड़ी उन्होंने सिफत लिखी, बड़ा उन्होंने संसार विच नाम होया। उन्होंने किसी ने पूछा कि महाराज तुसीं इन्नी विद्या का स्रोत की है? भावें वो कहते सिक्खी स्वरूप च भी नहीं से, क्योंकि सिख नहीं सी ना वास्तव विच। तां उन्होंने पूछा तुहाडी इड्डी विद्या का स्रोत की है? वो कहते मेरी विद्या का स्रोत जानना चाहुंदे हो? कहते हाँ महाराज दसो। कहते मेरी माता ना कोई साधु सी साडे पिंड आए, उत्थे लै गई, कहन लगी महाराज गरीब बड़े आ, मैं दो पुत्तां नूं पढ़ा नहीं सकती, ते एक नूं पढ़ा सकदी हां, तुसीं दसो किहनूं पढ़ावां? तो कहंदे वो साधु ने महात्मा ने कहंदे साडे दोवां भरावां वल चंगी तरह वेखिया भी नहीं, ते मेरे वाल हथ करदा कि इहनूं पढ़ा लै। ते कहंदे मैं फिर मेरी माता ने मैनूं गुरुद्वारे साहिब छड्ड दित्ता, क्योंकि पहला गुरुद्वारे साहिबां दे अंदर ही पाठशाला हुंदी सी, अंग्रेज दे राज तो पहला। अंग्रेज ने ये सारी साडी प्रणाली खराब की थी। ते जिस वक्त उत्थे कहंदे मैनूं पढ़न पाता, तो उत्थे तो बच्चे खेडे ही करन बस। ते पुछया जी पढ़ना कदों है? कहंदे कि निहंग सिंह जी आउंदे आ हफ्ते विच एक बार, वो सबक दे जांदे ते हफ्ते बाद फिर आउंदे, फिर वो सबक सुन जांदे पहला दिता होया, ते वो ही पढ़ाउंदे इत्थे। कहंदे असीं सारा हफ्ता खेडदे रहे। एक दिन फिर निहंग सिंह जी दे आउण दा वक्त हो गया। कहंदे जदों निहंग सिंह जी आए, कहंदे अज तक भी वो स्वरूप मेरे अंदर उकरिया होया, शीश ते सजिया होया फरला, पाया होया नीला बाणा, सफेद रंग का घोड़ा, हाथ च फड़िया होया बरछा, इउं लग रहा सी गुरु गोबिंद सिंह साहब जी का प्रतख स्वरूप आ रहा है। ते जदों कहंदे वो हौली हौली साडे लागे आए, उन्हां दा होर स्वरूप जिहड़ा सी मेरे अंदर गाढ़ा हुंदा गया। कहंदे सारियां चों ना घोड़े ते चढ़े ही बरछा मेरे वाल करके कहंदे ओए तू कौन है? कहंदे महाराज जी मैं पढ़ना आया इत्थे। कहंदे की पढ़िया? कहंदे जी अजे आया ही है, पढ़ाओगे तो फिर अगे दसांगा ना की पढ़िया। हस पे कहंदे सुन के। घोड़े ते चढ़िया, कहंदे उच्ची थां ते लिखिया एक ओंकार। कहंदे की है? कहंदे महाराज मैनू नहीं पता। कहंदे बोल मेरे पिछे, एक ओंकार। कहंदे मैं पहला सबक लिया, ते कहंदे जिन्नी मैं अपनी जिंदगी च विद्या पढ़ी है, विद्या पढ़ पढ़ के मैं जानिया कि विद्या दा सारी दा सोमा ही एक ओंकार है। एडा विद्वान कहंदा है कि मेरी विद्या की आरंभता भी इत्थे ही है, ते सारी विद्या की समाप्ति भी इत्थे ही है। सारा ज्ञान ही इस दे अंदर समाया गया। ये साध संगत जी जदों गुरु घर दे अंदर पढ़ाया जाता है ना, विद्या की आरंभता ही इत्थों हुंदी, एक ओंकार तो सच्चे पातशाह जी महाराज कहंदे ने इस संसार की उत्पत्ति है, पालना है ते लायता है। महाराज कहंदे भाई इहदा शब्द का जिहड़ा प्रकाश है ना, ये गुरु मुख तो होया है। सतगुरु जी ने संसार के भले लई ये मंत्र महाराज जी बख्शिश किया है। साहिब गुरु नानक साहब जी महाराज जी ने हजूर कहंदे वो एक है, ओदे वर्गा कोई होर नहीं है। सतनाम ओदा नाम महाराज कहंदे सच्चा है, तिन्ना कालां च रहण वाला है। जिहड़ा वर्तमान काल है, भूतकाल है, भविख काल है, तिन्ना समयां विच रहण वाला है। ओदा नाम हजूर कहंदे प्रसिद्ध है, सब थावां ते जाणिया जांदा है।
ਕਰਤਾ ਪੁਰਖ ਫਿਰ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਤੇ ਜਿੱਥੇ ਕੀਤਾ ਹੈ ਸ੍ਰਿਸ਼ਟੀ ਨੂੰ, ਸ੍ਰਿਸ਼ਟੀ ਤੋਂ ਵੱਖ ਵੀ ਨਹੀਂ ਹੈ, ਪੁਰਖ ਵਿਆਪਕ ਹੈ, ਉਹਦੇ ਅੰਦਰ ਪੂਰਨ ਹੋਇਆ ਪਿਆ ਹੈ। ਜਿਵੇਂ ਘੁਮਿਆਰ ਘੜਾ ਬਣਾ ਦਿੰਦਾ ਹੈ, ਫਿਰ ਘੜੇ 'ਚ ਤੇ ਨਹੀਂ ਨਾ ਵੜਿਆ ਹੋਇਆ ਘੁਮਿਆਰ, ਘੜੇ ਤੋਂ ਵੱਖ ਹੈ। ਇਹ ਸਾਰੇ ਸਰੀਰਾਂ ਰੂਪੀ ਘੜੇ ਘੜ ਦਿੱਤੇ ਆ ਪਰਮੇਸ਼ਰ ਨੇ, ਪਰ ਫਿਰ ਇਹਨਾਂ ਦੇ ਅੰਦਰ ਪੂਰਨ ਹੋ ਰਿਹਾ ਹੈ, ਵਿਆਪਕ ਹੋ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਪੂ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਬਣਾਉਣ ਵਾਲਾ ਹੈ। ਫਿਰ ਮਹਾਰਾਜ ਨੇ ਕਿਹਾ ਸਾਰੇ ਭਉ ਦੇ ਵਿੱਚ ਵੈ, ਜੋ ਸੂਰਜ ਚੰਦਰਮਾ ਇੰਦਰ ਬ੍ਰਹਮਾ ਸ਼ਿਵ ਜੀ ਸਭ ਡਰ ਰਹੇ ਹੈ, ਪਰ ਪਰਮੇਸ਼ਰ ਨਿਰਭਉ ਹੈ, ਉਹ ਭੈ ਤੋਂ ਰਹਿਤ ਹੈ। ਜਿਹੜਾ ਸਿੱਧਾ ਨਿਰੰਕਾਰ ਨਾਲ ਗੁਰੂ ਸਾਹਿਬ ਜੀ ਦੇ ਰਾਹੀਂ ਸੁਰਤ ਜੋੜਦਾ ਹੈ, ਉਹ ਫਿਰ ਭਉ ਤੋਂ ਰਹਿਤ ਹੋ ਜਾਂਦਾ ਹੈ, ਕਿਉਂਕਿ ਸਾਰੇ ਲੱਖਣ ਨਿਰੰਕਾਰ ਵਾਲੇ ਉਹਦੇ ਅੰਦਰ ਪ੍ਰਗਟ ਹੋਣ ਲੱਗ ਪੈਂਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਰੰਕਾਰ ਦੇ ਲੱਖਣ ਵੀ ਪ੍ਰਗਟ ਕੀਤੇ ਇਸ ਮੰਤਰ ਦੇ ਅੰਦਰ। ਮਹਾਰਾਜ ਨੇ ਕਿਹਾ ਕਿ ਉਹਨੂੰ ਡਰ ਨਹੀਂ ਕਿਸੇ ਦਾ, ਭੈ ਨਹੀਂ ਕਿਸੇ ਦਾ, ਵਾਹਿਗੁਰੂ ਨਿਰਭਉ ਹੈ। ਫਿਰ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਨਿਰਵੈਰ ਹੈ। ਅਸੀਂ ਆਪਣੇ ਆਪ ਨਾਲ ਕੀ ਵੈਰ ਕਰਨਾ ਹੈ, ਉਹ ਸਾਰਿਆਂ ਦਾ ਆਪਣਾ ਆਪਾ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਭ ਦੀ ਚੇਤਨ ਸੱਤਾ ਹੋਣੇ ਕਰਕੇ ਭਾਈ ਉਹ ਨਿਰਵੈਰ ਹੈ। ਗੁਰਸਿੱਖੋ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਅਗਿਆਨੀ ਹੈ ਨਾ ਜਿਹੜਾ ਭੁੱਲ ਕੇ ਦੁੱਖ ਸਹਿੰਦਾ ਹੋਇਆ ਕਹਿੰਦਾ ਮੇਰਾ ਵਾਹਿਗੁਰੂ ਨਾਲ ਵੈਰ ਹੈ, ਭਾਵ ਮੈਨੂੰ ਕਿਉਂ ਦੁੱਖ ਮਿਲਿਆ ਹੈ। ਇਹ ਤਾਂ ਸਾਧ ਸੰਗਤ ਜੀ ਆਪਦੇ ਕੀਤੇ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ, ਚੇਤੇ ਕਰਨਾ ਚਾਹੀਦਾ ਹੈ। ਪਰਮੇਸ਼ਰ ਨਿਰਵੈਰ, ਵਾਹਿਗੁਰੂ ਕਿਸੇ ਨਾਲ ਵੈਰ ਨਹੀਂ ਕਰਦੇ, ਉਹ ਤਾਂ ਕੀਤੇ ਦਾ ਭੁਗਤਾਨ ਕਰਦੇ ਆ। ਜਾਂ ਹੱਥ ਜੋੜੇਗਾ ਨਿਮਰਤਾ ਨਾਲ ਮਹਾਰਾਜ ਜੀ ਦੇ ਕੋਲ ਅਰਦਾਸ ਕਰੇਗਾ, ਤੇ ਫਿਰ ਸਤਿਗੁਰੂ ਜੀ ਇਹ ਰਹਿਮਤ ਕਰਦੇ ਆ ਕਿ ਕੱਟ ਦਿੰਦੇ ਆ, ਘਟਾ ਦਿੰਦੇ ਆ, ਸਮਾਪਤ ਕਰ ਦਿੰਦੇ ਆ। ਫਿਰ ਉਹਨਾਂ ਕੋ ਭੁਗਤਾ ਕਰਕੇ ਮਹਾਰਾਜ ਨੇ ਕਿਹਾ ਕਿ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਭਾਈ ਵਾਹਿਗੁਰੂ ਜੀ ਦਾ। ਅਕਾਲ ਮੂਰਤ, ਉਹ ਮਹਾਰਾਜ ਨੇ ਕਿਹਾ ਜਿਹੜਾ ਸਭ ਕੁਝ ਕਾਲ ਦੇ ਅੰਦਰ ਵੈ, ਕਾਲ ਸਭ ਦਾ ਭਖਣ ਕਰ ਜਾਂਦਾ ਹੈ, ਪਰ ਨਿਰੰਕਾਰ ਜਿਹੜਾ ਹੈ ਨਾ ਵਾਹਿਗੁਰੂ, ਉਹਨੂੰ ਕਾਲ ਨਹੀਂ ਖਾ ਸਕਦਾ। ਫਿਰ ਸਤਿਗੁਰੂ ਜੀ ਕਹਿੰਦੇ ਨਾ ਸਮਝਣਾ ਕਿ ਕੋਈ ਸਰੂਪ ਨਹੀਂ ਹੈ, ਮੂਰਤ ਹੈ ਉਹਦੀ, ਹਸਤੀ ਦੇ ਸਹਿਤ ਵੈ। ਫਿਰ ਪੁੱਛਿਆ ਸੀ ਮਹਾਰਾਜ ਕੈਸੀ ਹਸਤੀ ਹੈ, ਮਹਾਰਾਜ ਕਿਹਾ ਅਚਲ ਮੂਰਤ ਅਨਭਉ ਪ੍ਰਕਾਸ਼ ਅਮੇ ਤੋਜ ਕਹਿਜੈ। ਉਹ ਐਸਾ ਹਸਤੀ ਦਾ ਮਾਲਕ ਹੈ, ਉਹਦੀ ਹਸਤੀ ਨੂੰ ਕਾਲ ਨਹੀਂ ਖਾ ਸਕਦਾ ਹੈ। ਫਿਰ ਅਜਨਮਾ ਹੈ, ਕਿਸੇ ਮਾਤਾ ਦੇ ਉਦਰ ਤੋਂ ਜਨਮ ਲੈ ਕਰਕੇ ਨਹੀਂ ਪਰਮੇਸ਼ਰ ਜਿਹੜਾ ਬਣਿਆ ਹੈ, ਉਹ ਅਜਨਮਾ ਸਰੂਪ ਹੈ। ਨਾ ਕਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਮਹਾਰਾਜ ਨੇ ਕਿਹਾ ਉਹ ਭਾਈ ਅਜਨਮਾ ਹੈ, ਜੂਨਾ ਤੋਂ ਰਹਿਤ ਹੈ, ਆਪਣੇ ਆਪ ਤੋਂ ਹੈ, ਕਿਸੇ ਨੇ ਨਹੀਂ ਪਰਮੇਸ਼ਰ ਨੂੰ ਬਣਾਇਆ, ਉਹ ਆਪਣੇ ਆਪ ਤੋਂ ਹੈ। ਜਿਵੇਂ ਮਹਾਰਾਜ ਨੇ ਸਿੱਧਾ ਨੇ ਕਿਹਾ ਸੀ ਨਾ ਕਿ ਮਹਾਰਾਜ ਜਿਵੇਂ ਰਾਜੇ ਅੱਗੇ ਗੱਦੀ ਥਾਪ ਦਿੰਦੇ ਆ, ਪਰਮੇਸ਼ਰ ਨੂੰ ਵੀ ਕਿਸੇ ਨੇ ਗੱਦੀ ਥਾਪੀ ਹੋਣੀ ਹੈ। ਮਹਾਰਾਜ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਰੰਜਨ ਸੋਏ। ਉਹ ਆਪਣੇ ਆਪ ਤੋਂ ਆਪ ਹੈ, ਉਹ ਕਿਸੇ ਦਾ ਥਾਪਿਆ ਹੋਇਆ ਨਹੀਂ ਕਿ ਜਿਵੇਂ ਰਾਜੇ ਅੱਗੇ ਆਪਣੀ ਰਾਜ ਗੱਦੀ ਥਾਪ ਦਿੰਦੇ ਆ। ਨਹੀਂ, ਮਹਾਰਾਜ ਕਹਿੰਦੇ ਭਾਈ ਉਹ ਤਾਂ ਸੁਤੇ ਪ੍ਰਕਾਸ਼ ਹੈ। ਇਹ ਸੂਰਜ ਚੰਦਰਮਾ ਖੱਟ ਜੋਤੀਆਂ ਸਭ ਨੂੰ ਉਹ ਆਪ ਹੀ ਪ੍ਰਕਾਸ਼ਦਾ ਹੈ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹਦੇ ਉੱਤੇ, ਕਿਉਂਕਿ ਨਿਰੰਕਾਰ ਨੇ ਆਪਣਾ ਰੂਪ ਕਿਹੜਾ ਧਾਰਿਆ ਸੰਸਾਰ ਦੇ ਅੰਦਰ, ਗੁਰੂ ਰੂਪ ਆਪਣਾ ਤਨ ਧਾਰਿਆ ਹੈ। ਨਿਰੰਕਾਰ ਨੇ ਗੁਰੂ ਰੂਪ ਹੋ ਕਰਕੇ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦੇ ਆ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਜਿਨ੍ਹਾਂ ਉੱਤੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੂੰ ਸਾਧ ਸੰਗਤ ਜੀ ਇਹ ਪ੍ਰਾਪਤੀ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਆ। ਸਾਧ ਸੰਗਤ ਜੀ ਇਹ ਸ਼ਬਦ ਹਜ਼ੂਰ ਨੇ ਕੌਡੇ ਰਾਖਸ਼ ਦੇ ਪ੍ਰਥਾਏ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਉਥਾਨਕਾ ਸ਼ਬਦ ਦੀ ਸੁਣੀਏ, ਕਿਉਂਕਿ ਸਾਖੀ ਭਾਵੇਂ ਆਪਾਂ ਸੁਣੀ ਹੁੰਦੀ ਹੈ, ਪਰ ਜਦੋਂ ਮਹਾਰਾਜ ਦਾ ਸ਼ਬਦ ਉਪਦੇਸ਼ ਆਉਂਦਾ ਹੈ ਤਾਂ ਸਤਿਗੁਰੂ ਜੀ ਦਾ ਉਹ ਉਥਾਨਕਾ ਦੇ ਸੁਣਨ ਨਾਲ ਪਿਆਰ ਪ੍ਰਾਪਤ ਹੁੰਦਾ ਹੈ, ਮਹਾਰਾਜ ਦੀ ਸਿੱਖੀ ਮਿਲਦੀ ਹੈ ਗਰੀਬ ਨਵਾਜ ਜੀ ਦੀ।
ਤੇ ਸ਼ਬਦ ਦੇ ਬਾਹਰੀ ਅਰਥ ਵੀ ਹਨ, ਅੰਤਰੀਵ ਅਰਥ ਵੀ ਹਨ। ਤੇ ਆਪਾਂ ਅੰਤਰੀਵ ਅਰਥ ਕੱਲ ਨੂੰ ਸਰਵਣ ਕਰ ਲਾਂਗੇ ਤੇ ਅੱਜ ਬਾਹਰੀ ਅਰਥ ਆਪਾਂ ਸਰਵਣ ਕਰਾਂਗੇ। ਰਾਗ ਦੀ ਆਰੰਭਤਾ ਹੋਈ ਹੈ। ਇਹ ਸਾਧ ਸੰਗਤ ਜੀ, ਜਦੋਂ ਮਹਾਰਾਜ ਜੀ ਇੱਥੇ ਜੱਬਲਪੁਰ ਦੇ ਇਲਾਕੇ ਵਿੱਚ ਸਤਿਗੁਰੂ ਜੀ ਵਿਚਰ ਰਹੇ ਸਨ, ਕੋਹਾਂ ਤੱਕ ਬਿਆਬਾਨ ਜੰਗਲ, ਤੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਸ ਕੌਡੇ ਦਾ ਉਧਾਰ ਕਰਨਾ ਸੀ ਤੇ ਭਾਈ ਮਰਦਾਨਾ ਜੀ ਦਾ ਮਹਾਰਾਜ ਮਨ ਫੇਰਤਾ। ਇਹ ਜੀ ਮਾਇਆ ਦੀ ਖੇਡ ਵਰਤੀ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਐਵੇਂ ਬਿਆਬਾਨ ਉਜਾੜਾਂ 'ਚ ਹੀ ਲਈ ਫਿਰਦੇ ਹੋ, ਮੈਂ ਤਾਂ ਨਹੀਂ ਰਹਿਣਾ, ਮੈਂ ਚੱਲਿਆ ਘਰ ਨੂੰ, ਮੈਨੂੰ ਦਿਓ ਆਗਿਆ। ਸਤਿਗੁਰੂ ਜੀ ਕਹਿੰਦੇ, ਭਾਈ ਮਰਦਾਨਿਆ ਨਾ ਜਾ, ਕੋਈ ਨਾ ਤੈਨੂੰ ਆਪਾਂ ਕਿਸੇ ਸ਼ਹਿਰ 'ਚ ਲੈ ਚੱਲਾਂਗੇ, ਪਰ ਥੋੜਾ ਰੁਕ ਜਾ। ਕਹਿਣ ਲੱਗਾ, ਨਾ ਮਹਾਰਾਜ ਹੁਣ ਨਹੀਂ ਰੁਕਿਆ ਜਾਂਦਾ, ਤਾਂ ਮੈਨੂੰ ਤਾਂ ਆਗਿਆ ਹੀ ਦੇ ਦਿਓ। ਸਤਿਗੁਰੂ ਜੀ ਕਹਿੰਦੇ, ਭਾਈ ਮਰਦਾਨਿਆ ਇੱਥੇ ਬੜੀਆਂ ਜੰਗਲ 'ਚ ਬਲਾਵਾਂ ਨੇ ਤੇ ਤ੍ਰਿਆ ਰਾਜ ਵਾਂਗੂ ਫਿਰ ਕਿਤੇ ਕਾਬੂ ਆ ਜਾਏਗਾ ਤੇ ਨਾ ਜਾ। ਕਹਿੰਦਾ, ਨਾ ਮਹਾਰਾਜ ਹੁਣ ਤਾਂ ਨਹੀਂ ਮੈਂ ਕੋਈ ਵੀ ਗੱਲ ਜਿਹੜੀ ਇਹ ਸੁਣਨੀ। ਮੱਲੋ ਮੱਲੀ ਭਾਈ ਮਰਦਾਨਾ ਜੀ ਆਗਿਆ ਲੈ ਕੇ ਤੇ ਤੁਰ ਪਏ। ਜਦੋਂ ਮਹਾਰਾਜ ਜੀ ਮਨ ਫੇਰ ਦੇਣ ਤਾਂ ਫਿਰ ਕੀ ਹੋਵੇ, ਕਿਉਂਕਿ ਮਹਾਰਾਜ ਹੁਣ ਉਧਾਰ ਵੀ ਕਰਨਾ ਸੀ ਨਾ ਉਸ ਰਾਖਸ਼ ਦਾ। ਤੇ ਭਾਈ ਮਰਦਾਨਾ ਜੀ ਫਿਰ ਮਹਾਰਾਜ ਕੋਲੋਂ ਜੋਰੋ ਜੋਰੀ ਨਾ ਮੱਲੋ ਮੱਲੀ ਆਗਿਆ ਲੈ ਕੇ ਤੋਰੀ ਪਏ ਤੇ 11 ਕੋਹ ਤੇ ਜਾ ਕੇ ਤੇ ਉਹ ਕੌਡੇ ਰਾਖਸ਼ ਦੇ ਫਿਰ ਅੜਕੇ ਚੜ ਗਏ। ਭਾਈ ਮਰਦਾਨਾ ਜੀ ਪਕੜ ਲਿਆ ਰਾਖਸ਼ ਨੇ, ਹੱਥ ਬੰਨ ਲਏ, ਪੈਰ ਬੰਨ ਲਏ, ਆਪ ਦੀ ਗੁਫਾ ਵੱਲ ਨੂੰ ਲੈ ਗਿਆ। ਤੇ ਭਾਈ ਮਰਦਾਨਾ ਜੀ ਫਿਰ ਜਦੋਂ ਕਾਬੂ ਆ ਗਏ ਤੇ ਲੱਗੇ ਮਹਾਰਾਜ ਨੂੰ ਯਾਦ ਕਰਨ, ਗੁਰੂ ਮਹਾਰਾਜ ਸਾਹਿਬ ਨੂੰ ਚੇਤੇ ਕਰਦੇ ਆ ਤੇ ਨਾਲ ਮਨ ਵਿੱਚ ਇਹ ਸੋਚਦੇ ਆ ਕਿ ਮਨਾ ਤੂੰ ਹਰ ਵਾਰੀ ਗੁਰੂ ਸਾਹਿਬ ਦੀ ਆਗਿਆ ਵੇਖ ਤੂੰ ਮੋੜੀ ਹੈ, ਤੈਨੂੰ ਇਹੀ ਸਜ਼ਾ ਹੋਣੀ ਚਾਹੀਦੀ ਹੈ। ਤੇ ਫਿਰ ਮਨ 'ਚ ਸੋਚਦੇ ਆ, ਅੱਛਾ ਮੈਂ ਤਾਂ ਮਨ ਕਰਕੇ ਗਲਤੀ ਕੀਤੀ ਹੈ, ਪਰ ਸਤਿਗੁਰੂ ਜੀ ਤਾਂ ਦਿਆਲੂ ਹਨ ਨਾ, ਮਹਾਰਾਜ ਨੂੰ ਤੇ ਆਪਦੇ ਬਿਰਦ ਦੀ ਸੰਭਾਲ ਕਰਨਗੇ ਨਾ, ਮਹਾਰਾਜ ਮੇਰੀ ਰੱਖਿਆ ਕਰਨਗੇ ਨਾ। ਫਿਰ ਮਨ 'ਚ ਆਉਂਦਾ ਹੈ, ਇਹ ਮਨਾ ਤੇਰੀ ਖਬਰ ਕੌਣ ਹੁਣ ਪਹੁੰਚਾਊਗਾ, ਹੁਣ ਤਾਂ ਰਾਖਸ਼ ਨੇ ਤੈਨੂੰ ਪਖਣਾ ਹੀ ਹੈ। ਤੇਲ ਵੇਖ ਕੜਾਇਆ ਉਹਨੇ ਚਾੜ ਲਿਆ ਹੈ, ਉਹ ਤੇਲ ਜਿਹੜਾ ਸੀ ਉਹਨੂੰ ਤਾਉਣਾ ਸ਼ੁਰੂ ਕਰ ਦਿੱਤਾ। ਭੁੱਖਾ ਸੀ ਕੌਡਾ ਰਾਖਸ਼। ਤੇ ਜਦੋਂ ਇੱਧਰੋਂ ਭਾਈ ਮਰਦਾਨਾ ਜੀ ਉਹ ਗੁਰੂ ਸਾਹਿਬ ਨੂੰ ਚੇਤੇ ਕੀਤਾ ਨਾ ਬੱਝੇ ਹੋਏ, ਤੇ ਸਤਿਗੁਰੂ ਜੀ ਹੱਸ ਪਏ। ਭਾਈ ਬਾਲਾ ਜੀ ਕਹਿੰਦੇ, ਹਜ਼ੂਰ ਆਪ ਹੱਸੇ ਕਿਉਂ ਆ? ਮਹਾਰਾਜ ਕਹਿੰਦੇ, ਭਾਈ ਬਾਲਿਆ, ਭਾਈ ਮਰਦਾਨਾ ਕਾਬੂ ਆ ਗਿਆ ਰਾਖਸ਼ ਤੇ ਇਹ ਵੀ ਜ਼ਿਕਰ ਆਉਂਦਾ ਹੈ ਕਿ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਹੁਣ ਉਹਨੂੰ ਜਰਾ ਝੱਲ ਲੈਣ ਦੋ, ਥੋੜੀ ਸਜ਼ਾ ਪਤਾ ਲੱਗੇ, ਆਪ ਜੀ ਦੀ ਆਗਿਆ ਮੋੜਨ ਦਾ ਫਲ ਮਿਲੇ ਇਹਨੂੰ। ਮਹਾਰਾਜ ਕਹਿੰਦੇ, ਨਾ ਭਾਈ ਬਾਲਿਆ, ਸਾਨੂੰ ਨਾਲ ਲੈ ਦੀ ਲਾਜ ਹੈ। ਤੇ ਫਿਰ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਕਿੱਥੇ ਗਏ ਇੱਥੋਂ? ਮਹਾਰਾਜ ਕਹਿੰਦੇ, 11 ਕੋਹ ਤੇ ਪਕੜਿਆ ਹੋਇਆ ਭਾਈ ਮਰਦਾਨਾ। ਫਿਰ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਉਦੋਂ ਤੱਕ ਤਾਂ ਪਖਣ ਕਰ ਜਾਏਗਾ ਜਦੋਂ ਤੱਕ ਆਪਾਂ ਜਾਣਾ, ਰਾਖਸ਼ ਤਾਂ ਖਾ ਜਾਏਗਾ ਹੱਡੀਆਂ ਵੀ ਉਹਦੀਆਂ। ਹਜ਼ੂਰ ਕਹਿੰਦੇ, ਨਹੀਂ ਭਾਈ ਬਾਲਿਆ, ਕਰਤਾਰ ਭਲੀ ਕਰਨਗੇ। ਸਤਿਗੁਰੂ ਜੀ ਨੇ ਭਾਈ ਬਾਲਾ ਜੀ ਦਾ ਹੱਥ ਫੜਿਆ ਤੇ ਛਿੰਤੀ ਉੱਥੇ ਪ੍ਰਗਟ ਹੋ ਗਏ। ਇਹ ਸਾਧ ਸੰਗਤ ਜੀ ਜਿਹੜੇ ਗੁਰੂ ਸਾਹਿਬ ਦੀਆਂ ਸਾਖੀਆਂ ਤੇ ਵੀ ਨਾਸਤਕ ਸ਼ੰਕਾ ਕਰਦੇ ਆ ਨਾ, ਇਹ ਜੀ ਉੱਥੇ ਕਿਵੇਂ ਇੱਕਦਮ ਪ੍ਰਗਟ ਹੋ ਗਏ, ਇਹ ਸ਼ਕਤੀਆਂ ਤਾਂ ਮਹਾਰਾਜ ਦੇ ਸਿੱਖ 'ਚ ਆ ਜਾਂਦੀਆਂ ਨੇ। ਜਿਹੜੇ ਸੰਗਤ ਕਰਦੇ ਆ ਨਾ ਸਾਧ ਸੰਗਤ ਜੀ, ਉਹਨਾਂ ਨੇ ਕਮਾਈ ਵਾਲੇ ਪੁਰਖਾਂ ਦੀਆਂ ਇਹ ਚੀਜ਼ਾਂ ਪ੍ਰਤੱਖ ਵੇਖੀਆਂ ਨੇ ਤੇ ਬਹੁਤ ਉਦਾਹਰਨਾਂ ਨੇ, ਪਰ ਸਮਾਂ ਉਧਰ ਨੂੰ ਲੱਗੇਗਾ। ਸ਼ਰਧਾਵਾਨ ਗੁਰਸਿੱਖਾਂ ਨੂੰ ਕੋਈ ਸ਼ੰਕਾ ਨਹੀਂ। ਬੇਬੇ ਨਾਨਕੀ ਜੀ ਨੂੰ ਸਤਿਗੁਰਾਂ ਬਚਨ ਦਿੱਤਾ ਸੀ, ਭੈਣ ਜੀ ਜਦੋਂ ਚੇਤੇ ਕਰੋਗੇ ਉਦੋਂ ਆ ਜਾਇਆ ਕਰਾਂਗੇ। ਤੇ ਕਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕੀਤਾ। ਤੇ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ, ਇੱਕ ਵਾਰ ਪ੍ਰਸ਼ਾਦਾ ਬਹੁਤ ਜਿਹੜਾ ਸੀ ਨਾ ਸਬਜ਼ਾ ਭਾਜਾ ਬੜਾ ਸੋਹਣਾ ਬਣਿਆ, ਬੜਾ ਸੋਹਣਾ ਪ੍ਰਸ਼ਾਦਾ ਬੇਬੇ ਜੀ ਪਕਾ ਰਹੇ ਹੈ। ਤੇ ਭਾਈਆ ਜੈ ਰਾਮ ਜੀ ਨੂੰ ਕਹਿੰਦੇ ਹੈ, ਸਾਡੇ ਦਿਲ ਦੀ ਭਾਵਨਾ ਅੱਜ ਬਣ ਗਈ ਹੈ ਕਿ ਜੇ ਵੀਰ ਗੁਰੂ ਨਾਨਕ ਸਾਹਿਬ ਜੀ ਆ ਕੇ ਇਸ ਪ੍ਰਸ਼ਾਦ ਨੂੰ ਛਕਣ ਤਾਂ ਫਿਰ ਸਾਡਾ ਮਨ ਨਿਹਾਲ ਹੋ ਜਾਵੇ। ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ ਉਸ ਸਮੇਂ ਸਾਧ ਸੰਗਤ ਜੀ ਅਰਬ ਦੇਸ਼ਾਂ ਵਿੱਚ ਵਿਚਰ ਰਹੇ ਸੀ, ਗਰੀਬ ਨਵਾਜ਼। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਭਾਈ ਮਰਦਾਨਾ, ਸਾਨੂੰ ਬੇਬੇ ਜੀ ਨੇ ਯਾਦ ਕੀਤਾ ਹੈ, ਮਹਾਰਾਜ ਉੱਥੇ ਆਪਾਂ ਕਿਵੇਂ ਜਾ ਸਕਦੇ ਹਾਂ? ਸਤਿਗੁਰੂ ਜੀ ਕਹਿੰਦੇ, ਨਿਰੰਕਾਰ ਲਿਜਾਣਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਦੇ ਸਮੇਤ ਸਾਧ ਸੰਗਤ ਜੀ ਸੁਲਤਾਨਪੁਰ ਲੋਧੀ ਪ੍ਰਗਟ ਹੋ ਗਏ। ਪ੍ਰਤੱਖ ਪ੍ਰਸ਼ਾਦ ਛਕਿਆ ਸੱਚੇ ਪਾਤਸ਼ਾਹ ਜੀ ਨੇ। ਬਚਨ ਦਿੱਤਾ ਸੀ ਨਾ, ਜਦੋਂ ਉਦਾਸੀਆਂ ਤੇ ਤੁਰਨ ਲੱਗੇ ਸੀ, ਆਖਿਆ ਸੀ ਬਰਾਗ ਨਾ ਕਰੋ,
ਤੁਸੀਂ ਜਦੋਂ ਚੇਤੇ ਕਰੋਗੇ ਅਸੀਂ ਉਦੋਂ ਹੀ ਆ ਜਾਇਆ ਕਰਾਂਗੇ। ਪੂਰੇ ਗੁਰੂ ਜੀ ਦੇ ਇਹਨਾਂ ਸਾਖੀਆਂ ਤੇ ਸਾਧ ਸੰਗਤ ਜੀ ਸ਼ੰਕੇ ਪੈਦਾ ਕਰਨ ਦਾ ਮਨੁੱਖ ਕਾਰਨ ਪਤਾ ਕੀ ਹੈ? ਸਿੱਖਾਂ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਨਾ ਰਹੇ। ਜੇ ਸਿੱਖ ਮਹਾਰਾਜ ਦੀਆਂ ਸਾਖੀਆਂ ਨਾ ਸੁਣਨਗੇ ਗੁਰੂ ਨਾਨਕ ਸਾਹਿਬ ਦੀਆਂ, ਤੇ ਸਾਧ ਸੰਗਤ ਜੀ ਮਾਫ ਕਰਨਾ, ਉਹਨਾਂ ਦੇ ਅੰਦਰ ਸਿੱਖੀ ਦਾ ਬੀਜ ਨਹੀਂ ਰਹੂਗਾ। ਨਾਸਤਕ ਤੇ ਬਹੁਤ ਜ਼ਿਆਦਾ ਭੈੜੇ ਜੀਵਨ ਵਾਲੇ ਬਣ ਜਾਣਗੇ। ਇਸੇ ਕਰਕੇ ਹੀ ਉਹ ਕਹਿੰਦੇ ਆ ਜੀ ਇਹ ਤਾਂ ਸਾਖੀਆਂ ਲੋਕ ਜਦੋਂ ਅਨਪੜ੍ਹ ਸੀ ਨਾ ਉਦੋਂ ਸੁਣਿਆ ਕਰਦੇ ਸੀ, ਅੱਜ ਲੋਕ ਪੜ੍ਹੇ ਲਿਖੇ ਬੜੇ ਆ। ਇਹੋ ਜਿਹੇ ਪੜ੍ਹੇ ਲਿਖੇ ਬੇਵਕੂਫਾਂ ਨੂੰ ਕੀ ਕਰਨਾ ਜਿਹੜੇ ਗੁਰੂ ਸਾਹਿਬ ਦੇ ਉੱਪਰ ਸ਼ੰਕਾ ਕਰਦੇ? ਇਹੋ ਜਿਹੀ ਯੂਨੀਵਰਸਿਟੀ ਦੀ ਪੜ੍ਹਾਈ ਕੀ ਕਰਨੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਤੇ ਕਿੰਤੂ ਪ੍ਰਗਟ ਕਰ ਰਹੀ ਹੈ? ਇਹ ਸਾਧ ਸੰਗਤ ਜੀ ਬੜੇ ਬੜੇ ਦਾਨੇ ਪੁਰਖ ਨੇ, ਐਡੀ ਵਿਦਿਆ ਵੀ ਪੜ੍ਹ ਗਏ। ਜੇ ਤੁਸੀਂ ਉਹਨਾਂ ਵਿਦਵਾਨਾਂ ਨੂੰ ਸੁਣੋ ਨਾ ਜਿਹੜੇ ਯੂਨੀਵਰਸਿਟੀਆਂ ਵਿੱਚ ਬੜੇ ਉੱਚੇ ਅਹੁਦਿਆਂ ਤੇ ਬੈਠੇ ਆ, ਜਿਨ੍ਹਾਂ ਦੀਆਂ ਚਿਹਰਾ ਕਾਇਮ ਨੇ, ਉਹ ਇਹਨਾਂ ਸਾਖੀਆਂ ਦਾ ਪ੍ਰਮਾਣ ਦਿੰਦੇ ਆ। ਉਹ ਇਹਨਾਂ ਸਾਖੀਆਂ ਨੂੰ ਸ਼ਰਧਾ ਨਾਲ ਮੰਨਦੇ ਆ। ਉਹ ਹਨ ਵਿਦਵਾਨ, ਉਹ ਹਨ ਪੜ੍ਹੇ ਹੋਏ। ਮੈਨੂੰ ਮਾਫ ਕਰਿਓ ਕਿਉਂਕਿ ਮੈਂ ਕਦੀ ਰੁੱਖੇ ਸ਼ਬਦ ਕਹਿਣੇ ਪਸੰਦ ਨਹੀਂ ਕਰਦਾ, ਪਰ ਜਦੋਂ ਸਤਿਗੁਰੂ ਦੀ ਉਸਤਤ ਦੇ ਖਿਲਾਫ ਕੋਈ ਬੋਲਦਾ ਹੈ, ਬਾਜ਼ਾਰ ਚੋਂ ਕਿਤਾਬਾਂ ਲੈ ਕਰਕੇ ਪੜ੍ਹ ਕੇ ਤੇ ਉਹ ਗੁਰੂ ਸਾਹਿਬ ਦੀਆਂ ਸਾਖੀਆਂ ਦੇ ਉੱਤੇ ਸ਼ੰਕੇ ਕਰਨ ਲੱਗ ਪੈਂਦੇ, ਤੇ ਉਹਨਾਂ ਨੂੰ ਭੁੱਲੇ ਹੋਏ ਸਿੱਖ ਬਹੁਤ ਵੱਡੇ ਵਿਦਵਾਨ ਤੇ ਮਾਹਰ ਪ੍ਰੋਫੈਸਰ ਤੇ ਡਾਕਟਰਾਂ ਦੇ ਰੁਤਬੇ ਉਹਨਾਂ ਨਾਲ ਲਾਈ ਜਾਂਦੇ। ਇਹ ਸਤਿਗੁਰਾਂ ਦੀਆਂ ਸਾਖੀਆਂ ਤੇ ਸ਼ੰਕੇ ਕਰੋਗੇ ਤਾਂ ਸਿੱਖੀ ਦਾ ਬੀਜ ਨਹੀਂ ਤੁਹਾਨੂੰ ਪ੍ਰਾਪਤ ਹੋਏਗਾ। ਸ਼ਰਧਾ ਤੋਂ ਸਖਣੇ ਹੋ ਜਾਓਗੇ। ਜਦੋਂ ਸਿੱਖ ਭਾਵਨਾ ਨਾਲ ਇਹ ਸਾਖੀਆਂ ਸੁਣਦੇ ਆ, ਮਨ ਦੇ ਅੰਦਰ ਸ਼ਰਧਾ ਹੋ ਆਉਂਦੀ ਹੈ ਕਿ ਜੇ ਕੌਡੇ ਰਾਖਸ਼ ਤੋਂ ਛਡਾਉਣ ਲਈ 11 ਕੋਹ ਤੋਂ ਛਿਨ ਮਾਤਰ ਚ ਪਹੁੰਚ ਸਕਦੇ ਆ, ਤੇ ਮਨਾ ਤੇਰੀ ਰਾਖੀ ਲਈ ਗੁਰੂ ਨਾਨਕ ਸਾਹਿਬ ਜੀ ਕਿਉਂ ਨਹੀਂ ਆ ਸਕਦੇ? ਗੱਲ ਹੈ ਕਿ ਤੂੰ ਆਪਦਾ ਮਨ ਭਾਈ ਮਰਦਾਨਾ ਜੀ ਵਰਗਾ ਬਣਾ ਲੈ। ਚਾਹੇ ਭੁੱਲਾਂ ਹੀ ਕੀਤੀਆਂ ਸੀ ਨਾ, ਫਿਰ ਵੀ ਇਹ ਭਾਈ ਮਰਦਾਨਾ ਜੀ ਨੇ ਮਨ ਦੇ ਵਿੱਚ ਆਸ ਕੀਤੀ ਸੀ ਕਿ ਮਹਾਰਾਜ ਜੇ ਮੈਂ ਭੁੱਲ ਕੀਤੀ ਹੈ, ਪਰ ਤੁਸੀਂ ਤਾਂ ਦਿਆਲੂ ਹੋ ਨਾ, ਤੁਸੀਂ ਤਾਂ ਕਿਰਪਾਲੂ ਹੋ ਨਾ, ਸਾਡੇ ਮਨ ਦੀ ਇਹ ਭਾਵਨਾ ਬਣ ਜਾਏ ਕਿ ਮਹਾਰਾਜ ਮੈਂ ਤਾਂ ਭਾਵੇਂ ਪਾਪੀ ਹੈ, ਤਾਂ ਮੈਨੂੰ ਨਿਸ਼ਚਾ ਪਤਾ ਹੀ ਹੈ ਕਿ ਮੈਂ ਔਗਣਾਂ ਦਾ ਭਰਿਆ ਹੋਇਆ, ਪਰ ਮਹਾਰਾਜ ਤੁਸੀਂ ਤਾਂ ਦਿਆਲੂ ਹੋ, ਤੁਸੀਂ ਤਾਂ ਕਿਰਪਾਲੂ ਹੋ ਨਾ, ਆਪਣੇ ਬਿਰਦ ਦੀ ਸੰਭਾਲ ਕਰਕੇ ਮੇਰੀ ਪਾਪੀ ਦੀ ਰੱਖਿਆ ਕਰ ਲਓ। ਫਿਰ ਸਤਿਗੁਰੂ ਨੂੰ ਆਪਣੇ ਬਿਰਦ ਦੀ ਲਾਜ ਹੁੰਦੀ ਹੈ ਗਰੀਬ ਨਵਾਜ ਨੂੰ। ਮਹਾਰਾਜ ਨੇ ਪਾਪੀਆਂ ਨੂੰ ਵੀ ਫਿਰ ਤਾਰਿਆ। ਸਾਧ ਸੰਗਤ ਜੀ ਇਹ ਸਤਿਗੁਰੂ ਜੀ ਦੀਆਂ ਜਨਮ ਸਾਖੀਆਂ ਸਾਨੂੰ ਸੁਣਾਉਂਦੀਆਂ। ਇਸ ਕਰਕੇ ਕਦੇ ਸਿੱਖ ਨੂੰ ਮਹਾਰਾਜ ਦੇ ਇਹਨਾਂ ਬਚਨਾਂ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ। ਹਾਂ ਇੱਕ ਗੱਲ ਜ਼ਰੂਰ ਹੈ, ਜਿਹੜੇ ਸਾਧ ਸੰਗਤ ਜੀ ਪਖੰਡ ਕਰਦੇ ਹੋਏ ਕਿ ਆਪਣੇ ਸੰਤਾਂ ਮਹਾਤਮਾ ਦੀ ਇੰਨੀ ਉਸਤਤ ਕਰ ਦਿੰਦੇ ਆ ਕਿ ਗੁਰੂ ਸਾਹਿਬ ਤੋਂ ਵੀ ਵੱਡਾ ਦਿਖਾ ਦਿੰਦੇ ਆ, ਇਹ ਤਾਂ ਫਿਰ ਜੇ ਕੋਈ ਪੂਜਨੀਕ ਸੰਤ ਹੈ ਤਾਂ ਉਹ ਵੀ ਬੁਰਾ ਸਮਝਣਗੇ ਕਿ ਭਾਈ ਤੂੰ ਸਾਨੂੰ ਗੁਰੂ ਸਾਹਿਬ ਤੋਂ ਵੱਡਾ ਵਿਖਾਉਣਾ, ਤੂੰ ਕਾਹਦੀ ਸਿੱਖਿਆ ਸਿੱਖੀ ਹੈ? ਗੁਰੂ ਸਾਹਿਬ ਹੀ ਹਨ। ਮਹਾਰਾਜ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ, ਭਾਵੇਂ ਕਿ ਉਹਨਾਂ ਸਤਪੁਰਖਾਂ ਨੂੰ ਮਹਾਰਾਜ ਆਪ ਦੀ ਸ਼ਕਤੀ ਦੇ ਦਿੰਦੇ ਆ, ਪਰ ਦਿੰਦੇ ਇਹ ਸ਼ਕਤੀ ਆਉਂਦੀ ਕਿਉਂ ਹੈ? ਕਿਉਂਕਿ ਸਤਿਗੁਰੂ ਦੇ ਦਾਸਾਂ ਦੇ ਦਾਸ ਬਣ ਜਾਂਦੇ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰ ਦੇ ਕੂਕਰ ਬਣ ਜਾਂਦੇ ਆ, ਤਾਂ ਸ਼ਕਤੀ ਇਹ ਪ੍ਰਾਪਤ ਹੁੰਦੀ ਹੈ। ਤੇ ਗੁਰੂ ਸਾਹਿਬ ਦੇ ਬਰਾਬਰ ਭਾਈ ਕਦੇ ਕਿਸੇ ਨੂੰ ਨਹੀਂ ਦਰਸਾਉਣਾ ਚਾਹੀਦਾ। ਜਿਹੜੇ ਕਈ ਸ਼ਰਧਾਵਾਨਾਂ ਨੇ ਸਤਪੁਰਸ਼ਾਂ ਦਾ ਆਪਣਿਆਂ ਦਾ ਜੀਵਨ ਲਿਖਿਆ, ਉਹ ਗੁਰੂ ਨਾਨਕ ਸਾਹਿਬ ਤੋਂ ਵੀ ਵੱਡਾ ਹੀ ਲਿਖਤਾ। ਇਹ ਸਾਧ ਸੰਗਤ ਜੀ ਗਲਤ ਗੱਲ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਰੀਸ ਕੋਈ ਨਹੀਂ ਕਰ ਸਕਦਾ। ਮਹਾਰਾਜ ਤਾਂ ਮਹਾਰਾਜ ਹਨ, ਆਪ ਨਿਰੰਕਾਰ ਹਨ, ਤੇ ਸਤਿਗੁਰੂ ਜੀ ਦੀਆਂ ਸਾਖੀਆਂ ਤੇ ਕਦੇ ਸ਼ੰਕਾ ਨਹੀਂ ਕਰਨਾ ਚਾਹੀਦਾ ਸਿੱਖ ਨੂੰ। ਮਹਾਰਾਜ ਤਾਂ ਸਭ ਕਾਰਜਾਂ ਨੂੰ ਕਰਨ ਦੇ ਸਮਰੱਥ ਨੇ। ਗਰੀਬ ਨਵਾਜ ਜਦੋਂ ਹਜ਼ੂਰ ਪ੍ਰਗਟ ਹੋਏ ਨਾ, ਉੱਥੇ ਭਾਈ ਮਰਦਾਨਾ ਜੀ ਦੇ ਹੱਥ ਬੱਝੇ ਹੋਏ, ਪੈਰ ਬੱਝੇ ਹੋਏ ਆ। ਹਜ਼ੂਰ ਨੇ ਰਾਖਸ਼ ਨੂੰ ਕੌਡੇ ਨੂੰ ਦਿਖਾਈ ਨਹੀਂ ਦਿੱਤੀ, ਤੇ ਭਾਈ ਮਰਦਾਨਾ ਜੀ ਨੂੰ ਦਿਸ ਪਏ ਮਹਾਰਾਜ। ਤੇ ਹਜ਼ੂਰ ਕਹਿੰਦੇ ਭਾਈ ਮਰਦਾਨਿਆ ਇੱਥੇ ਕੀ ਬੈਠਾ ਕਰਦਾ, ਹੁਣ ਘਰ ਨਹੀਂ ਜਾਂਦਾ? ਤੇ ਸ਼ਰਮਿੰਦਗੀ ਨਾਲ ਭਾਈ ਮਰਦਾਨਾ ਜੀ ਨੇ ਮੂੰਹ ਨੀਵਾਂ ਕਰ ਲਿਆ ਕਿ ਹੁਣ ਘਰ ਕੀ ਜਾਵਾਂ, ਬੰਨਿਆ ਪਿਆ ਹਾਂ। ਤੇ ਮਨ ਹੀ ਮਨ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾਇਆ, ਤੇ ਅੰਦਰੋਂ ਹੀ ਅੰਦਰ ਬੜੇ ਖੁਸ਼ ਹੋਏ ਵੀ ਮੇਰਾ ਮਾਲਕ ਆ ਗਿਆ, ਹੁਣ ਨਹੀਂ ਮੈਨੂੰ ਕੌਡਾ ਰਾਖਸ਼ ਮਾਰ ਸਕਦਾ। ਅੰਦਰੇ ਹੀ ਅੰਦਰ ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆ ਗਏ ਆ। ਤੇ ਇਧਰੋਂ ਜਦੋਂ ਕੌਡਾ ਅੰਦਰੋਂ ਨਿਕਲਿਆ ਨਾ, ਤੇ ਤੇਲ ਦੀ ਝੱਗ ਸਾਰੀ ਮਰ ਗਈ ਸੀ। ਜਦੋਂ ਤੇਲ ਕੜਾਹਾ ਤਪਦਿਆ ਸੀ ਪੂਰਾ, ਤੇ ਕੌਡਾ ਜਿਹੜਾ ਸੀ ਭਾਈ ਮਰਦਾਨਾ ਜੀ ਨੂੰ ਚੱਕ ਕੇ ਜਦੋਂ ਉਹਦੇ ਵਿੱਚ ਪਾਉਣ ਲੱਗਾ, ਤੇ ਭਾਈ ਮਰਦਾਨਾ ਜੀ ਮਹਾਰਾਜ ਵੱਲ ਵੇਖ ਰਹੇ ਆ
कि बचाउणा कदों है जदों तेल दे कड़ाहे च सिट देगा। महाराज साहब जी वल वेख के अखां नाल बेनती कर रहे कि जदों मैं मर जांगा फिर की महाराज तुहाडे आयां दा लाभ होना। आए हो तो मुस्कुरा रहे हो, इत्थे खलोते मेरी रखिया नहीं करदे। महाराज सच्चे पातशाह ने ना जदों साध संगत जी उन्होंने चला के कौडे राक्षस ने मारिया ना तप दे कड़ाहे वल नूं, ते हजूर ने तप दे कड़ाहे दे उत्ते निगाह पाई अपनी, फिर तपत कड़ाहा बुझ गया। गुरु अर्जन साहब ने लिखिया गुर शीतल नाम दियो। जदों भाई मरदाना जी नूं चाल चला के कड़ाहे च सुट्टिया ना ते डिगदियां कड़ाहे च की आख्या भाई मरदाना जी ने सतनाम श्री वाहिगुरू। ते ओ ठंडा तेल भाई मरदाना जी दे शरीर नूं गुदगुदी करे, आनंद आवे। ते किथे भाई मरदाना जी डर रहे सी, अपने गुरु की प्रतक्ष शक्ति वेख के मन जिहड़ा सी ओह शरधा नाल झुक गया कि मना तू सोच रहा सा महाराज ने बचाउणा ही नहीं, आए व्यर्थ हो गया, मैनू तेल दे कड़ाहे च सिट रहा है। हजूर की निगाह पैंदियां ही आवन जान रहे हो, ये शक्ति है सतगुरु जी की निगाह विच कि तब कड़ाहा बुझ गया। गुर शीतल नाम दियो, जेड़ा नाम दिता सी ना भाई मरदाना जी नूं, नाम दे के सिखी दे के नाल ले आए हैं। तो भाई मरदाना जी नूं ओहदे ते जेड़ा सी ना वो कई बारी जदों होना कि महाराज बड़ा ਇਹਦਾ ਇੰਨਾ सुख किन्ना क सुख। महाराज कहता कि भाई नानक भगतां सदा विगास, सदा ही खेड़ा रहिंदा भाई मरदाने नाम नूं ना छड्डिया कर। ते जदों भाई मरदाना जी ने यही आख्या ते प्रतक्ष शक्ति विखाई भाई मरदाना जी नूं कि शीतल नाम दियो, जिहड़ा तैनूं ठंडा नाम दिता है। ये भाई मरदानिया जे तप दे मन किवें ठारेगा, जे तप दे कड़ाहे नूं ना नाम ठार सकिया तां ये नाम की शक्ति है सतगुरां जी ने प्रगट करके विखाई। तो जदों वेख्या कौडे ने कि तेल ठंडा है तो विच बड़े मजे नाल बैठा जिन्हों मैं पाया, उस समय हजूर ने दिखाई दी फिर कौडे नूं। जदों कौडे राक्ष नूं गुरु नानक साहब जी का स्वरूप दिसिया ना तो उस समय भै आ गया, उन्होंने डर आ गया महाराज वाल वेख के। तो इसे कोल साध संगत जी आदम कद एक शीशा रखिया होया सी इसने, ते हजूर दे सामने लै आया उस समय शीशा। जदों सामने लैके आया ना शीशा ते गुरु नानक साहब का स्वरूप जदों शीशे विच दी वेखिया, महाराज का नूरो नूर चेहरा, सच्चे पातशाह जी का सुंदर दस्तारा, महाराज के दाड़े चों लिशकार पैंदी है। उस समय कौडा महाराज के चरणों ते टै पिया सच्चे पातशाह जी दे। गरीब नवाज सतगुरु कहते कौडिया तू सानू खांदा नहीं। महाराज जदों ना लिया ना ओदा होर हैरान हो गया, कहता मेरा नां किवें जाणदे हो तुसीं। सतगुरु जी कहते भाई तेरी किरत खाण दी है। वो जिवें जिवें महाराज नूं दर्शन कर रहा सी उहदे अंदरों साध संगत जी वो हिंसा वाली बिरती मुकदी जा रही सी ते अंदर दैवी भाव प्रगट हुंदा जा रहा सीगा। भाई मरदाना जी नूं जदों खाना सी ना उन्हां भुखे नूं भुल ही गया सी चेता शीशे दे विच भाई मरदाना जी का चेहरा वेखण दा। उहदा जिक्र यह है फिर महाराज जी नूं दस्सिया। सतगुरु गरीब नवाज नूं जदों चरण पकड़ ले तो महाराज सच्चे पातशाह जी नूं कहंदा सतगुरु मैं तो बहुत समय तो भटकदा आप नूं ही उड़ीक रहा हाँ। महाराज कहंदे सानू क्यों उड़ीकदा है। कौडिया तूं दस्सिया महाराज मैं ब्राह्मण सी, बड़ी विद्या पढ़ी सी। महाराज मेरा गुरु जी ने मैनूं विद्या पढ़ाई सी ना, वो एक बारी मेरे कोल आया तो मैं उठ के आपदे गुरु का सत्कार नहीं किया। ते जदों सत्कार नहीं किया ना ते मेरे गुरु ने फिर कहा कि भाई तू एडा नखिदम है, साडा नहीं मान किया तो साडा नहीं कुछ घटन लगा, पर मर्यादा बिगड़ जाएगी जे तेरे वर्गियां नूं सजा ना दिती तो। साध संगत जी निजम है जिहदे कोल विद्या पढ़ी है ना, भावें कि जदों कोई पखंडवाद ज्यादा वधिया ना तो सतपुरुषां ने ये फिर कहा कि भाई गुरु तो गुरु ग्रंथ साहब है, होर कोई गुरु नहीं खवा सकता। पर उदों पढ़ाउण वालियां नूं उस्ताद जां होर शब्द जिहड़े सी उन्हां नाल याद कीता जाण लगा। पर असल विच साध संगत जी की है कि कोई गुमराह ना होवे तां करके इन्हां शब्दां दी वरतों कीती। पर जिस दे कोलों विद्या पढ़ी है ना वो साध संगत जी गुर देण वाला गुरु ही हुंदा है। गुरु ग्रंथ साहब जी महाराज तां गुरुआं दे गुरु है ते जे फिर विद्या लैण वाले गुरु कोल ओहदा सत्कार ना करिए, निरंकार दी बनाई मर्यादा है, उन्होंने कदे सुख नहीं मिलता। ते अज हैगे है वो चार अखर पढ़ जाते हैं ते बाहर जाके कहते लै इनू बहुती विद्या आउंदी है, मैनू ज्यादा कथा आउंदी है।
ਇਹ ਤੂੰ ਇਹਦੇ ਕੋਲੋਂ ਪੜ੍ਹਿਆ ਗਾ, ਮੈਨੂੰ ਇਹਨ ਕੀ ਪੜਾਉਣਾ ਸੀ, ਮੈਂ ਤਾਂ ਆਪੇ ਹੀ ਪੜ੍ਹ ਗਿਆ। ਵੇਖੋ ਆਪਦੇ ਗੁਰੂ ਦਾ ਹੀ ਨਰਾਦਰ ਕਰਦੇ ਆ ਤੇ ਹੈਗੇ ਹਨ। ਜਿਸ ਦੇ ਕੋਲੋਂ ਵਿਦਿਆ ਲਈ ਹੈ, ਸੰਸਾਰ ਦੇ ਅੰਦਰ ਸ਼ਿਸ਼ ਨੂੰ ਕਿੱਡਾ ਵੱਡਾ ਰੁਤਬਾ ਪ੍ਰਾਪਤ ਹੋ ਜਾਵੇ, ਗੁਰੂ ਕਿੰਨੀ ਨੀਵੀਂ ਪਦਵੀ ਤੇ ਭਾਵੇਂ ਰਹਿ ਜਾਵੇ, ਪਰ ਫਿਰ ਵੀ ਗੁਰੂ ਉੱਚਾ ਹੀ ਹੁੰਦਾ ਹੈ। ਸੰਸਾਰ ਦੀਆਂ ਪਦਵੀਆਂ ਇਹ ਸਾਧ ਸੰਗਤ ਜੀ ਊਚ ਨੀਚ ਨਹੀਂ ਕਰਾਉਂਦੀਆਂ, ਕਿਉਂਕਿ ਬ੍ਰਹਮ ਵਿਦਿਆ ਜਿਹੜੀ ਹੈ ਉਹ ਸਦਾ ਉੱਚੀ ਰਹਿੰਦੀ ਹੈ। ਵਿਦਿਆ ਦੇਣ ਵਾਲਾ ਸਦਾ ਸਤਿਕਾਰਯੋਗ ਰਹਿੰਦਾ ਹੈ। ਉਹਨ ਕਿਹਾ ਕਿ ਭਾਈ ਮੇਰਾ ਤਾਂ ਕੁਝ ਘਟਿਆ ਨਹੀਂ, ਕਿਉਂਕਿ ਜਿਹੜੇ ਪੂਰਨ ਪੁਰਖ ਹੁੰਦੇ ਉਹਨਾਂ ਦਾ ਨਰਾਦਰ ਕਰਨ ਨਾਲ ਕੀ ਘਟਣਾ ਹੁੰਦਾ ਤੇ ਸਤਿਕਾਰ ਕਰਨ ਨਾਲ ਕੀ ਵੱਧ ਜਾਣਾ ਹੁੰਦਾ, ਉਹ ਤਾਂ ਪਰਮੇਸ਼ਰ ਦੇ ਪਿਆਰੇ ਹੁੰਦੇ। ਪਰ ਕਹਿੰਦੇ ਜੇ ਤੇਰੇ ਵਰਗਿਆਂ ਨੂੰ ਸਿੱਖਿਆ ਨਾ ਸਿਖਾਈ ਤੇ ਅੱਗੇ ਤੋਂ ਫਿਰ ਕੋਈ ਨਰਾਦਰ ਕਰੂਗਾ, ਕਹਿੰਦੇ ਜਾ ਤੇਰੀ ਰਾਖਸ਼ ਬਿਰਤੀ ਹੈ, ਰਾਖਸ਼ ਬਣ। ਫਿਰ ਉਹ ਕਹਿੰਦਾ ਮਹਾਰਾਜ ਮੈਂ ਤਾਂ ਗੁਰੂ ਦਾ ਬਚਨ ਸੁਣ ਕੇ ਡਰ ਗਿਆ। ਆਖਿਆ ਮਹਾਰਾਜ ਮੇਰੀ ਗਤੀ ਕਿਵੇਂ ਹੋਊਗੀ ਇਹ ਦੱਸ ਦਿਓ, ਹੁਣ ਮੈਂ ਰਾਖਸ਼ ਬਣਿਆ ਮਾਸ ਖਾਊਂਗਾ, ਮੇਰੀ ਗਤੀ ਕਿਵੇਂ ਹੋਏਗੀ। ਫਿਰ ਕਹਿੰਦੇ ਮੇਰੇ ਗੁਰੂ ਨੂੰ ਤਰਸ ਵੀ ਆ ਗਿਆ। ਵੇਖੋ ਦਿਆਲੂ ਵੀ ਹੁੰਦੇ। ਕਿਹਾ ਅੱਛਾ ਜੇ ਤੂੰ ਨਿਮਰਤਾ ਧਾਰੀ ਹੈ ਨਾ, ਆਪ ਨਿਰੰਕਾਰ ਨੇ ਜਦੋਂ ਧਰਤੀ ਤੇ ਅਵਤਾਰ ਧਾਰਨਾ ਨਾ, ਉਹ ਤੇਰੀ ਸਦਗਤੀ ਕਰਨਗੇ, ਤੇਰਾ ਭਲਾ ਕਰਨਗੇ। ਕਹਿੰਦਾ ਮਹਾਰਾਜ ਮੈਂ ਤਾਂ ਬੰਦੇ ਖਾਣੇ ਉਹਨਾਂ ਨੂੰ ਵੀ ਖਾ ਜੂ, ਮੈਨੂੰ ਪਤਾ ਕਿਵੇਂ ਲੱਗੂਗਾ। ਕਹਿੰਦੇ ਫਿਰ ਮੇਰੇ ਗੁਰੂ ਨੇ ਮੈਨੂੰ ਸ਼ੀਸ਼ਾ ਦਿੱਤਾ, ਕਿਹਾ ਕਿ ਜਦੋਂ ਤੂੰ ਬੰਦੇ ਨੂੰ ਖਾਵੇਂਗਾ ਨਾ ਇਹਦੇ 'ਚ ਵੇਖ ਲਿਆ ਕਰੀ, ਉਸੇ ਜਨਮ 'ਚ ਰਾਖਸ਼ ਬਣਿਆ ਹੈ। ਫਿਰ ਕਹੇ ਨਾ ਕੋਈ ਸ਼ੰਕਾ ਕਰੇ ਕਿ ਬ੍ਰਾਹਮਣ ਪਹਿਲੇ ਜਨਮ ਸੀ ਤੇ ਦੂਜੇ ਕੌਡੇ ਰਾਖਸ਼ ਦੇ ਜਨਮ 'ਚ ਸ਼ੀਸ਼ਾ ਕਿਵੇਂ ਨਾਲ ਲੈ ਕੇ ਜੰਮ ਪਿਆ, ਕਿਉਂਕਿ ਸ਼ੰਕਾਵਾਦੀ ਸ਼ੰਕੇ ਬਾਹਲੇ ਕਰਦੇ। ਸਾਖੀ 'ਚੋਂ ਕੋਈ ਨਾ ਕੋਈ ਨੁਕਤਾ ਲੱਭਣਾ ਹੁੰਦਾ, ਕਿਉਂਕਿ ਜਿਨ ਕੋਈ ਦੂਸ਼ਣ ਹੀ ਲੱਭਣਾ ਹੈ, ਜਿੰਨੇ ਕੋਈ ਸ਼ੇਖ ਹੀ ਲੱਭਣਾ ਹੈ, ਉਹ ਇਹੀ ਲੱਭਦੇ ਰਹਿੰਦੇ ਆ ਕਿ ਅੱਛਾ ਸਾਖੀ 'ਚ ਕਿਹੜੀ ਗੱਲ ਛੱਡੀ ਗਈ ਜਾਂ ਕਥਾ 'ਚ ਕਿਹੜੀ ਗੱਲ ਰਹਿ ਗਈ, ਤਾਂ ਉਹ ਲੱਭੀਏ। ਕੋਈ ਉਹ ਕਿਉਂ ਬੋਲਦੇ ਆ ਕਈ ਵਾਰੀ ਆਪਾਂ ਇਨਸਾਨ ਵਾਂ ਤੇ ਪੂਰੇ ਗੁਰੂ ਜੀ ਨਹੀਂ ਗਲਤੀ ਕਰਦੇ, ਅਧੂਰਿਆਂ ਕੋਲ ਗਲਤੀ ਹੁੰਦੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹੀ ਕਿਰਪਾ ਕਰਦੇ ਆ, ਸਤਿਗੁਰੂ ਜੀ ਬੁਲਾਉਂਦੇ ਆ, ਮਹਾਰਾਜ ਜੀ ਰਹਿਮਤ ਵਰਤਾਉਂਦੇ ਆ। ਤੇ ਜਦ ਸਾਧ ਸੰਗਤ ਜੀ ਉਹਨੂੰ ਉਹ ਸ਼ੀਸ਼ਾ ਕੀ ਹੈ ਦਿੱਤਾ, ਤੇ ਜਦੋਂ ਇਹ ਕੌਡਾ ਰਾਖਸ਼ ਖਾਣ ਲੱਗਦਾ ਨਾ, ਤੇ ਮਨੁੱਖ ਨੂੰ ਜਿਹੜੇ ਨੂੰ ਖਾਂਦਾ ਉਹਨੂੰ ਸ਼ੀਸ਼ੇ 'ਚ ਵੇਂਦਾ ਪਹਿਲੋਂ, ਤੇ ਉਹ ਸ਼ੀਸ਼ੇ ਵਿੱਚ ਇਹ ਪ੍ਰਤਾਪ ਸੀਗਾ ਕਿ ਉਹ ਮਨੁੱਖ ਦੀ ਪਿਛਲੀ ਜੂਨੀ ਦਿਸ ਪੈਂਦੀ ਸੀ। ਉਹ ਕਹਿੰਦਾ ਮਹਾਰਾਜ ਜਿੰਨੇ ਮੈਂ ਖਾਧੇ, ਕੋਈ ਮੈਨੂੰ ਇਹਦੇ 'ਚ ਸੱਪ ਦਿਸਿਆ, ਕੋਈ ਕਬੂਤਰ ਦਿਸਿਆ, ਕੋਈ ਠੂੰਹਾਂ ਦਿਸਿਆ, ਕੋਈ ਬਾਂਦਰ, ਕੋਈ ਕੁਛ ਦਿਸਿਆ, ਮੈਂ ਜਾਨਵਰ ਸਮਝ ਕੇ ਖਾ ਗਿਆ ਸਾਰੇ। ਤੇ ਮਹਾਰਾਜ ਕਹਿੰਦੇ ਆ ਸਾਡੇ ਸਿੱਖ ਨੂੰ ਨਹੀਂ ਵੇਖਿਆ, ਕਹਿੰਦਾ ਭੁੱਖ ਬਾਲੀ ਲੱਗੀ ਸੀ ਮਹਾਰਾਜ, ਇਹਦੇ ਬਾਰੇ ਚੇਤਾ ਹੀ ਨਹੀਂ ਰਿਹਾ ਮੈਨੂੰ। ਤਾਂ ਹੁਣ ਤੁਸੀਂ ਸਾਹਮਣੇ ਆਏ ਤੇ ਤੁਹਾਡਾ ਚਿਹਰਾ ਵੇਖਿਆ, ਤੇ ਮੇਰੇ ਗੁਰੂ ਨੇ ਕਿਹਾ ਸੀ ਜਿਨ੍ਹਾਂ ਦਾ ਚਿਹਰਾ ਜੈਸੇ ਹਨ ਵੈਸੇ ਦਿਸੇ, ਉਹ ਕੌਡਿਆ ਇਨਸਾਨ ਨਹੀਂ ਹੋਣਗੇ, ਉਹ ਨਿਰੰਕਾਰ ਹੋਣਗੇ, ਆਪ ਵਾਹਿਗੁਰੂ ਹੋਣਗੇ। ਤੇ ਕੌਡੇ ਨੂੰ ਫਿਰ ਪਤਾ ਲੱਗ ਗਿਆ ਸੀ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਨੇ। ਫਿਰ ਮਹਾਰਾਜ ਦੇ ਸ਼ਰਨੀ ਪਿਆ ਸੀਗਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਨੂੰ ਭੈ ਆ ਗਿਆ ਤੁਹਾਡੇ ਤੋਂ। ਸਤਿਗੁਰੂ ਜੀ ਕਹਿੰਦੇ ਕੌਡਿਆ ਨਿਰੰਕਾਰ ਦਾ ਭੈ ਕਰਨਾ ਬੜਾ ਔਖਾ ਏ। ਇਹ ਭੈ ਦੇ ਸ਼ਬਦ ਫਿਰ ਮਹਾਰਾਜ ਜੀ ਨੇ ਜਿਹੜਾ ਸੀ ਨਾ ਕੌਡੇ ਨੂੰ ਸਿੱਖਿਆ ਦਿੱਤੀ। ਜਦੋਂ ਕੌਡੇ ਦੀ ਸਦਗਤੀ ਮਹਾਰਾਜ ਕੀਤੀ ਹੈ ਨਾ, ਤੇ ਤੁਰਨ ਲੱਗਿਆ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆ ਸ਼ੀਸ਼ੇ ਹੀ ਨਾਲ ਲੈ ਚੱਲੀਏ। ਮਹਾਰਾਜ ਕਹਿੰਦੇ ਭਾਈ ਮਰਦਾਨੇ ਕੀ ਕਰਾਉਣਾ ਤੂੰ ਸ਼ੀਸ਼ੇ ਤੋਂ? ਕਹਿੰਦਾ ਮਹਾਰਾਜ ਜਿਹਨੂੰ ਮਿਲਿਆ ਕਰਾਂਗੇ ਪਹਿਲਾਂ ਸ਼ੀਸ਼ਾ ਉਹਦੇ ਮੂਹਰੇ ਕਰਕੇ ਵੇਖਿਆ ਕਰਾਂਗੇ ਵੀ ਕਿਹੜੀ ਜੂਨੀ ਚੋਂ ਆਇਆ। ਸਤਿਗੁਰੂ ਜੀ ਹੱਸ ਪਏ, ਕਹਿੰਦੇ ਭਾਈ ਮਰਦਾਨਿਆ ਜਿਨ੍ਹਾਂ ਕੋਲ ਵਿਚਾਰ ਰੂਪੀ ਸ਼ੀਸ਼ਾ ਉਹਨਾਂ ਨੇ ਆਹ ਸ਼ੀਸ਼ੇ ਕੀ ਕਰਨੇ ਆ? ਤੇਰੇ ਕੋਲ ਸ਼ਬਦ ਦੀ ਵਿਚਾਰ ਦਾ ਸ਼ੀਸ਼ਾ ਬਖਸ਼ਿਆ ਹੋਇਆ ਧੁਰੋਂ ਹੀ ਨਿਰੰਕਾਰ ਨੇ ਵੇਖ, ਤੇ ਇਹ ਸ਼ੀਸ਼ਿਆਂ ਤੋਂ ਤੂੰ ਕੀ ਕਰਾਉਣਾ? ਮਹਾਰਾਜ ਨੇ ਭਾਈ ਮਰਦਾਨੇ ਜੀ ਦੇ ਜਿਹੜੀ ਅੰਦਰ ਮਨ ਦੇ ਲਪਾਈਮਾਨਗੀ ਸੀ ਨਾ ਉਹ ਸ਼ੀਸ਼ੇ ਪ੍ਰਤੀ ਉਹ ਵੀ ਹਟਾਈ ਸਤਿਗੁਰਾਂ ਨੇ। ਮਹਾਰਾਜ ਕਹਿੰਦੇ ਰਹਿਣ ਦੇ ਸ਼ੀਸ਼ਿਆਂ ਤੋਂ ਅਸੀਂ ਕੀ ਲੈਣਾ, ਤੈਨੂੰ ਤਾਂ ਸ਼ੀਸ਼ਾ ਅਸੀਂ ਸ਼ਬਦ ਦੀ ਵਿਚਾਰ ਦਾ ਬਖਸ਼ਿਆ, ਉਹਦੇ ਵਿੱਚ ਤੈਨੂੰ ਤੇਰਾ ਆਤਮਾ ਰੂਪ ਦਿਖਾਤਾ ਹੈ, ਤੇ ਤੂੰ ਕੀ ਕਰਨਾ ਇਹਨਾਂ ਸ਼ੀਸ਼ਿਆਂ ਤੋਂ? ਫਿਰ ਮਨ ਤੋਂ ਇਹ ਭਾਵਨਾ ਹਟੀ ਤੇ ਸਤਿਗੁਰਾਂ ਦੇ ਮਗਰ ਹੀ ਚੱਲ ਪਏ ਰਬਾਬ ਚੁੱਕ ਕੇ। ਮਹਾਰਾਜ ਆਖਿਆ ਪਿੰਡ ਜਾਣਾ? ਨਾ ਮਹਾਰਾਜ ਮੈਂ ਨਹੀਂ ਜਾਣਾ ਆਪਦੇ ਪਿੰਡ, ਮੈਨੂੰ ਆਪਣੇ ਨਾਲ ਹੀ ਰੱਖੋ। ਇਹ ਸਤਿਗੁਰਾਂ ਜਦੋਂ ਕੌਡੇ ਨੂੰ ਸਿੱਖਿਆ ਦਿੱਤੀ ਹੈ ਤੇ ਬਾਹਰੀ ਅਰਥ ਸਮਾਂ ਵੀ ਹੋ ਚੁੱਕਾ ਭਾਵੇਂ, ਪਰ ਬਾਹਰੀ ਅਰਥ ਸਰਵਣ ਕਰੀਏ, ਮਰਿਆਦਾ ਪੂਰੀ ਕਰੀਏ। ਸਤਿਗੁਰੂ ਜੀ ਫਰਮਾਉਂਦੇ ਹਨ ਕੌਡੇ ਨੂੰ, ਮਹਾਰਾਜ ਕਹਿੰਦੇ ਕੌਡਿਆ ਪਰਮੇਸ਼ਰ ਦਾ ਭੈ ਕਰਨਾ ਬੜਾ ਔਖਾ ਹੈ। ਹਜ਼ੂਰ ਨੇ ਫਰਮਾਇਆ ਆਪਣੀ ਰਸਨਾ ਤੋਂ ਮੁਛ ਭਾਰਾ ਵੱਡਾ ਤੋਲ। ਮਹਾਰਾਜ ਕਹਿੰਦੇ ਨੇ ਭਉ ਮੁਛ ਭਾਰਾ ਵੱਡਾ ਤੋਲ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਪਰਮੇਸ਼ਰ ਦਾ ਭਉ ਹੈ ਨਾ,
ਹਜੂਰ ਕਹਿੰਦੇ ਮੁੱਚ ਬਹੁਤਾ ਭਾਰਾ ਹੈ, ਇਹ ਧਾਰਨ ਨਹੀਂ ਕੀਤਾ ਜਾਂਦਾ। ਪਰਮੇਸ਼ਰ ਦਾ ਭੈ ਜਿਹੜਾ ਡਰ ਹੈ, ਵਿਸਥਾਰ ਆਪਾਂ ਕੱਲ ਨੂੰ ਕਰ ਲਾਂਗੇ ਜੇ ਨਾ ਅੱਜ ਕੋਈ ਪਕੜ ਆਇਆ ਸ਼ਬਦ ਅੱਖਰੀ ਅਰਥ ਕਰਾਂਗਾ। ਮਹਾਰਾਜ ਕਹਿੰਦੇ ਜਿਹੜਾ ਡਰ ਹੈ ਨਾ ਪਰਮੇਸ਼ਰ ਦਾ ਭਉ, ਇਹ ਮਹਾਰਾਜ ਕਹਿੰਦੇ ਮੁੱਚ ਬਹੁਤਾ ਭਾਰਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਉਹਦਾ ਫਿਰ ਭਾਰਾ ਵੱਡਾ ਤੋਲ, ਤੇ ਫਿਰ ਜਿਹੜਾ ਤੋਲ ਵਿਚਾਰ ਹੈ ਪਰਮੇਸ਼ਰ ਦੀ, ਮਹਾਰਾਜ ਕਹਿੰਦੇ ਉਹ ਵੀ ਭਾਈ ਬਹੁਤ ਵੱਡੀ ਹੈ। ਕਿੰਨੇ ਸ਼ਾਸਤਰ ਉਚਾਰ ਤੇ ਕਿੰਨੇ ਵੇਦ ਉਚਾਰ ਦਿੱਤੇ, ਕੋਈ ਉਹਦੀ ਵਿਚਾਰ ਨੂੰ ਪੂਰਾ ਕਰ ਸਕਿਆ? ਕਬੀਰ ਜੀ ਦੇ ਕਹਿੰਦੇ ਧਰਤੀ ਤੇ ਕਾਗਜ਼ ਬਣਾ ਲਓ, ਬਨਸਪਤੀ ਕਲਮ ਕਰ ਦਿਓ, ਸਮੁੰਦਰ ਸ਼ਾਹੀ ਕਰ ਦਿਓ, ਤਾਂ ਨਹੀਂ ਉਹਦੇ ਜਸ ਨੂੰ ਲਿਖਿਆ ਜਾ ਸਕਦਾ। ਉਹਦੀ ਮਹਾਰਾਜ ਕਹਿੰਦੇ ਤੋਲ ਵਿਚਾਰ ਵੀ ਜਿਹੜੀ ਆ ਨਾ ਬੜੀ ਵੱਡੀ ਆ। ਮਨ ਮਾਤ ਹੌਲੇ ਬੋਲੇ ਬੋਲ, ਮਹਾਰਾਜ ਨੇ ਫਰਮਾਇਆ ਕੌਡਿਆ ਜਿਨ੍ਹਾਂ ਦੀ ਮਨ ਦੀ ਮਤ ਹੌਲੀ ਹੈ ਨਾ, ਤੁੱਛ ਵੈ, ਉਹ ਜ਼ਰੂਰ ਕਹਿੰਦੇ ਬੋਲੇ ਜਿਹੜੇ ਬਚਨ ਬੋਲਦੇ ਆ ਨਾ ਉਹ ਹੌਲੇ ਹੀ ਬੋਲਦੇ ਆ, ਤੁੱਛ ਹੀ ਬਚਨ ਬੋਲਦੇ ਆ। ਐਵੇਂ ਬਕਾਰਾਂ ਦੀਆਂ ਗੱਲਾਂ ਕਰੀ ਜਾਣਗੇ, ਸੰਸਾਰ ਦੀਆਂ ਹੀ ਗੱਲਾਂ ਕਰੀ ਜਾਣਗੇ। ਅਸੀਂ ਬੜੇ ਚੀਜ਼ਾਂ, ਸੋਹਣੇ ਸੂਟ ਖਰੀਦੇ ਆ, ਸੋਹਣੇ ਕੱਪੜੇ ਖਰੀਦੇ ਆ, ਸੋਫਾ ਕਿੱਥੋਂ ਖਰੀਦਿਆ, ਐਵੇਂ ਫਾਲਤੂ ਹੀ ਗੱਲਾਂ। ਮਹਾਰਾਜ ਕਹਿੰਦੇ ਤੁੱਛ ਮੱਤਵ ਹੈ ਨਾ, ਹੌਲੀ ਮੱਤਵ ਹੈ। ਹੌਲੀਆਂ ਹੀ ਗੱਲਾਂ ਮਹਾਰਾਜ ਕਹਿੰਦੇ ਕਰਦੇ ਰਹਿੰਦੇ, ਪਰਮੇਸ਼ਰ ਦੇ ਭੈ ਵਾਲੀ ਗੱਲ ਨਹੀਂ ਕਰਦੇ। ਵਾਹਿਗੁਰੂ ਦਾ ਡਰ ਨਹੀਂ ਆਪਣੇ ਮਨ ਵਿੱਚ ਪਾਉਂਦੇ ਆ, ਕਿਉਂਕਿ ਵਾਹਿਗੁਰੂ ਦਾ ਡਰ ਜਿਹੜਾ ਅੰਦਰ ਪੈਦਾ ਹੋਣਾ ਨਾ, ਮਹਾਰਾਜ ਕਹਿੰਦੇ ਤਾਂ ਬੜੀ ਵੱਡੀ ਦਾਤ ਹੈ ਕੌਡਿਆ। ਪਰਮੇਸ਼ਰ ਦਾ ਡਰ ਜੇ ਅੰਦਰ ਪੈ ਜਾਵੇ, ਸਿਰ ਤਹਾਰ ਚੱਲਿਆ ਸਹਿਆ ਪਾਰ। ਮਹਾਰਾਜ ਫਿਰ ਭੈ ਪੈਂਦਾ ਕਿਵੇਂ ਹੈ? ਹਜੂਰ ਕਹਿੰਦੇ ਨੇ ਜੇ ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਹੈ ਨਾ, ਉਹ ਸਿਰ ਤੇ ਧਰ ਕਰਕੇ ਜੀਵਨ ਦੇ ਅੰਦਰ ਚੱਲਣਾ ਕਰੀਏ। ਜੀਵਨ ਦੀ ਜ਼ਿੰਦਗੀ ਜਿਹੜੀ ਆਪਣੀ ਜੀਵਨ ਹੈ ਨਾ, ਉਹ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਸਿਰ ਤੇ ਧਰ ਕੇ ਮੰਨੀਏ। ਫਿਰ ਪੜੋ ਸਿਰ ਧਾਰ ਚੱਲਿਆ ਸਹਿਆ ਪਾਰ। ਫਿਰ ਮਹਾਰਾਜ ਕਹਿੰਦੇ ਭਾਈ ਜਿਹੜਾ ਭਉ ਦਾ ਭਾਰ ਹੈ ਨਾ, ਉਹ ਸਹਾਰ ਸਕੀਦਾ ਹੈ ਜੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਮਹਾਰਾਜ ਕਹਿੰਦੇ ਆਪਣੇ ਮਨ ਤੇ ਸਹਾਰ ਲਈਏ। ਕਿੱਥੇ ਸਹਾਰਿਆ ਜਾਂਦਾ ਹੈ? ਕਬੀਰ ਜੀ ਨੇ ਕਿਹਾ ਹੈ ਕਿ ਚੋਟ ਸਹੇਲੀ ਸੇਲ ਕੀ, ਲਾਗਤ ਲੈ ਉਸਾਸ, ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਨਹੀਂ ਸਹਾਰੀ ਜਾਂਦੀ ਸ਼ਬਦ ਦੀ ਚੋਟ, ਸੂਰਮਾ ਹੀ ਹੈ ਜਿਹੜਾ ਸ਼ਬਦ ਦੀ ਚੋਟ ਸਹਿੰਦਾ ਹੈ, ਫਿਰ ਜੀਵਨ ਉਹਦਾ ਪਲਟਦਾ ਹੈ। ਮਹਾਰਾਜ ਕਹਿੰਦੇ ਜਿਹੜੇ ਸਤਿਗੁਰੂ ਦੇ ਉਪਦੇਸ਼ ਨੂੰ ਸਹਾਰਦੇ ਆ ਨਾ, ਆਪਣੇ ਮਨ ਤੇ ਸਹਿੰਦੇ ਆ, ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਬਾਰ-ਬਾਰ ਸੁਣ ਕੇ ਕਮਾਉਂਦੇ ਆ, ਤੇ ਆਪਣੇ ਮਨ ਨੂੰ ਕੁੱਟਦੇ ਆ। ਮਨਾ ਤੂੰ ਵਕਾਰਾਂ ਦੀ ਭੁੱਖ ਰੱਖ ਕੇ ਬਾਰ-ਬਾਰ ਵਕਾਰ ਮੰਗਦਾ, ਡਰ ਪਰਮੇਸ਼ਰ ਤੋਂ, ਭੈ ਕਰ ਵਾਹਿਗੁਰੂ ਦਾ ਜੋ ਸਭ ਥਾਵਾਂ ਤੇ ਵੇਖ ਰਿਹਾ। ਫਿਰ ਮਹਾਰਾਜ ਕਹਿੰਦੇ ਸਿਰ ਤੇ ਸਹਾਰ ਲਈਦਾ ਹੈ। ਫਿਰ ਪਤਾ ਲੱਗ ਜਾਂਦਾ ਹੈ ਕਿ ਪਰਮੇਸ਼ਰ ਭਾਈ ਹਰ ਥਾਂ ਤੇ ਵੇਖਦਾ, ਡਰ ਵਸ ਜਾਂਦਾ ਹੈ ਅੰਦਰ। ਨਦਰੇ ਕਰਮੇ ਗੁਰ ਵਿਚਾਰ, ਜਦੋਂ ਕਰਮੀ ਬਖਸ਼ਿਸ਼ ਦੀ ਨਦਰ ਨਿਗਾਹ ਹੁੰਦੀ ਹੈ ਨਾ, ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਜੀ ਦੀ ਵਿਚਾਰ ਪ੍ਰਾਪਤ ਹੁੰਦੀ ਹੈ ਕੌਡਿਆ। ਪੂਰੇ ਗੁਰੂ ਜੀ ਤੋਂ ਫਿਰ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ, ਜਦੋਂ ਵਾਹਿਗੁਰੂ ਮਿਹਰ ਦੀ ਨਿਗਾਹ ਕਰ ਦੇਵੇ। ਭੈ ਬਿਨ ਕੋਈ ਨਾ ਲੰਘਸ ਪਾਰ, ਜਿੰਨਾ ਚਿਰ ਵਾਹਿਗੁਰੂ ਦਾ ਭੈ ਨਹੀਂ ਨਾ ਪੈਂਦਾ, ਮਹਾਰਾਜ ਕਹਿੰਦੇ ਕੋਈ ਨਹੀਂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ। ਇਹ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਲੰਘ ਜਾਏਗਾ ਜਿਹਨੂੰ ਭੈ ਨਹੀਂ ਪਿਆ? ਭੈ ਨਹੀਂ ਨਾ ਅੰਦਰ, ਤੇ ਸਾਧ ਸੰਗਤ ਜੀ ਫਿਰ ਬਹੁਤ ਜ਼ਿਆਦਾ ਬਦਫੈਲੀਆਂ ਵਿੱਚ ਮਨ ਜਿਹੜਾ ਨਾ, ਭਾਵੇਂ ਬਾਹਰੋਂ ਨਾ ਕਰੇ ਅੰਦਰੋਂ ਲੱਗੀਆਂ ਹੀ ਰਹਿੰਦੀਆਂ ਨੇ। ਸਮਾਜ ਦੇ ਡਰ ਖੋਣੋਂ ਕਈ ਬਚੇ ਰਹਿੰਦੇ ਆ, ਬਚ ਤਾਂ ਜਾਂਦੇ ਆ, ਪਰ ਜਿੰਨਾ ਚਿਰ ਮਨ ਨਹੀਂ ਹੈ, ਕਬੀਰ ਸਾਹਿਬ ਨੇ ਕਿਹਾ ਭਲੀ ਪਰੀ ਜੋ ਭਉ ਭਰਿਆ, ਦਿਸਾ ਗਈ ਸਭ ਭੂਲ, ਉਬਰਾ ਗਰ ਪਾਣੀ ਪਿਆ, ਜਾਏ ਮਿਲਿਓ ਢਲ ਕੂਲ। ਇਹ ਕਬੀਰ ਸਾਹਿਬ ਨੇ ਭਉ ਦਾ ਜ਼ਿਕਰ ਕੀਤਾ ਹੈ। ਕਬੀਰ ਜੀ ਕਹਿੰਦੇ ਬੜਾ ਹੀ ਭਲਾ ਹੋ ਗਿਆ। ਭਲੀ ਭਈ ਜੋ ਭਉ ਭਰਿਆ, ਜੋ ਵਾਹਿਗੁਰੂ ਦਾ ਡਰ ਪੈ ਗਿਆ ਮੇਰੇ ਅੰਦਰ। ਦਿਸ਼ਾ ਗਈ ਸਭ ਭੂਲ, ਕਹਿੰਦੇ ਸਭ ਦਿਸ਼ਾ ਮੈਨੂੰ ਭੁੱਲ ਗਈਆਂ, ਵਕਾਰਾਂ ਵਾਲੀਆਂ, ਸੰਸਾਰ ਵਾਲੀਆਂ, ਸਾਰੀਆਂ ਜਿਹੜੀਆਂ ਉੱਤਰ ਦੱਖਣ ਪੂਰਬ ਪੱਛਮ ਸਭ ਦਿਸ਼ਾ ਭੁੱਲ ਗਈਆਂ ਮੈਨੂੰ, ਤੇ ਇੱਕ ਨਿਰੰਕਾਰ ਦਾ ਹੀ ਪਿਆਰ ਮਨ ਦੇ ਅੰਦਰ ਆ ਗਿਆ। ਓਰਾ ਗਣ ਪਾਣੀ ਭਇਆ, ਕਹਿੰਦੇ ਕਬੀਰ ਜੀ ਕਿਵੇਂ ਇਹ ਬਖਸ਼ਿਸ਼ ਹੋ ਗਈ? ਜਦੋਂ ਭੈ ਪਿਆ, ਕਹਿੰਦੇ ਜਦੋਂ ਡਰ ਪਿਆ ਨਾ ਅੰਦਰ, ਤੇ ਜਿਹੜਾ ਮੇਰਾ ਮਨ ਸੀ, ਜਿਵੇਂ ਸਾਧ ਸੰਗਤ ਜੀ ਓਰਾ ਕਹਿੰਦੇ ਆ ਬਰਫ਼ ਦੇ ਗੜੇ ਨੂੰ, ਉਹ ਕੀ ਹੁੰਦਾ ਹੈ? ਵੱਖਰੀ ਹੋਂਦ ਬਣਾਈ ਬੈਠਾ ਹੁੰਦਾ ਹੈ, ਪਰ ਜਦੋਂ ਸੂਰਜ ਦੀ ਤਪਸ਼ ਪੈਂਦੀ ਹੈ ਉਦੋਂ ਉਹ ਝੱਟ ਹੀ ਢਲ ਕੇ ਸਾਧ ਸੰਗਤ ਜੀ ਪਾਣੀ ਦਾ ਰੂਪ ਬਣ ਜਾਂਦਾ ਹੈ। ਫਿਰ ਉਹ ਕਹੋ ਗੜਾ ਸੀ ਕਿੱਥੇ ਸੀ, ਓਰਾ ਸੀ, ਉਹ ਹੈ ਹੀ ਨਹੀਂ। ਉਹ ਤਾਂ
ओरागढ़ पानी पया। कहते जेड़ा ओरा मेरा मन सी ना, जेड़ा गड़े दी ते आई जड़ता नहीं आई, वखरा हो रहा सी कि मैं वखरा हाँ, मैं कबीर हाँ। कबीर जी कहते जाए मिलियो ढल कूल, वो तो नदी का ही रूप हो गया, पानी च मिल गया जाके, ब्रह्म रूप ही हो गए। अब तो जाए चढ़े सिंहासन, मिल है सारंग पानी, राम कबीरा एक भये हैं, कोई ना सकै पहचानी। कहते पंडितो तुसीं मैनूं कहंदे तरना नहीं, तुसीं तां पछाण ही नहीं सकदे कबीर कौन है ते राम कौन है, मैं तो एक रूप ही हो गया हाँ। ये महाराज कहते जो भाव पैंदा है ना, फिर तरिया जांदा है संसार। ते जे भै नहीं पिया, भै बिन कोई ना लंघस पार, कोई भी इस संसार समुंदर तो पार नहीं महाराज कहते लंघ सकदा। जिन्होंने साध संगत जी अपने जिहड़ा शरीर दे अंदर भै कीता है, फिर मन दे अंदर डर मन्निया है, ते ये किवें पिया है? महाराज ने कहा भै भाए, दूजा शब्द महाराज पढ़िया, फिर पढ़ो जो भाए प्रेम नाल महाराज कहते भाई अपने आप नूं सवारिया ना, वो किवें होया? पहलों शरीर च डर पाया कि ना मना शरीर करके आप पाप नहीं करना, ते फिर जे अकले होए मन च भी डर मन्निया कि परमेश्वर हर थां ते वेखदा है, ते जदों मन दे अंदर भी डर मन्निया तो फिर साध संगत जी भै दे विच की हुंदा है? महाराज कहते प्रेम उपज पैंदा है, फिर इहो जी दात प्राप्त हुंदी है। जदों डर मनदा है ना मन परमेश्वर दा, शरीर करके ते मन करके जिहड़ा डर पैदा हो जाना, ये प्रेम नूं उत्पन्न कर दिंदा है, अंदर प्रेम उत्पन्न हो जाता है, तो फिर शुभ गुणों के नाल वो महाराज कहते अपने आप नूं सवार लैंदे आ। विश्राम दे के महाराज फरमाउंदे हन, जिहड़ा तन विच भै पैदा करना ना, सतगुरु जी कहते तां अग दा बालना है, अग्नि वांगू है जिहड़ा तन दे अंदर शरीर दे अंदर भै पैदा करना। ते फिर महाराज कहते भाई जिहड़ा मन दे अंदर भै पैदा करना है, ये साध संगत जी जिवें अग नूं पखाईदा ना, वो की हुंदी फूकणी हुंदी है, उहदे नाल फूक मारदे आ ते बुझी होई अग भी आ भांबड़ मच पैंदे आ। तो सच्चे पातशाह जी कहते जिहड़ा मन दे अंदर भै धारण करना है ना, ये पखाउणा है फूकणी दे नाल। फिर पढ़ो पंक्ति, जदों तन दे अंदर भै करना अग बल पैंदी है, ते जदों साध संगत जी मन दे अंदर भै करना है, ये भख पैंदी, फिर भांबड़ी मच पैंदे अंदर। जिन्हां ने फिर शब्द की कमाई नाल अपने आप नूं सवार लिया ना, सतगुरु जी कहते उन्हां दे तन दा भी जिहड़ा भै है की है, वो भै की हुंदा? एक भै है साध संगत जी इस लोक दे अंदर कि मरण दा डर व्यापदा रहिंदा है, ते परलोक दा भै हुंदा जमां दी मार ना खानी पवे। सतगुरु जी कहते ये भाई जिहड़ा है, फिर पढ़ो घड़िया जिहड़ा साध संगत जी ये नाश हो जाता है। फिर घड़न का अर्थ इत्थे है कि नाश हो जाता है, घड़िया जाता है, भाव नाश हो जाता है। जिहड़ा होर अंतरीव अर्थ भी हैं, होर भी अर्थ हैं, कल नूं विस्तार करांगे। सतगुरु जी कहते भाई इहदा नाश हो जाता, फिर ना इत्थे मरण का भै रहिंदा, ना परलोक विच जमां दी मार का भै रहिंदा। शब्द नाल वो अपने आप नूं सवार लैंदे आ, सब गुण उन्हां दे अंदर आ जांदे आ। जिहड़ा साध संगत जी दमदमे साहिब वाला पाठ है, वो तो है कच्चन कच। दूसरा अमृतसर साहिब वाला पाठ कच नकच है। पहले कच्चन कच के मुताबिक जिहड़ा सरवण करो। महाराज कहते भै तो बिना, परमेश्वर के डर तो बिना जिन्नियां ज्ञान दीयां घाड़तां घड़नियां ना, वो कच्चियां तो कच्चियां हैं। जिन्ना मर्जी विरुद्ध प्रमाण दई जावे, जिन्ने मर्जी जे ज्ञान ही नहीं कमाया तो फिर महाराज कहते फिर डर ही नहीं पिया तो ज्ञान की कमाउणा सी। डर पैंदा ना अंदर, फिर ज्ञान अस्थित हुंदा है। भै तो बिना महाराज कहते जिन्नियां घाड़तां घड़दा है ना, वो सारियां कच्चियां तो कच्चियां हैं। दूसरा सुनो, निकच का अर्थ हुंदा नकम्मी। महाराज कहते भाई
ਜਿਹੜੀ ਵਾਹਿਗੁਰੂ ਦੇ ਭੈ ਤੋਂ ਬਿਨਾਂ ਜਿਹੜੀ ਘਾੜਤ ਘੜ ਰਿਹਾ ਨਾ ਤੂੰ, ਉਹ ਹਜ਼ੂਰ ਕਹਿੰਦੇ ਕੱਚ ਤੋਂ ਵੀ ਨਿਕੰਮੀ ਹੈ। ਕੀ ਘਾੜਤ ਘੜਦਾ? ਜੀਂਦੇ ਰਹਿਣਾ, ਮੌਜਾਂ ਲੁੱਟਾਂਗੇ, ਇਹੀ ਘਾੜਤਾਂ ਘੜਦਾ ਰਹਿੰਦਾ। ਸਤਿਗੁਰੂ ਕਹਿੰਦੇ ਕੱਚ ਤੋਂ ਵੀ ਭਾਈ ਉਹ ਨਿਕੰਮੀ ਹੈ, ਘੜੀ ਹੋਈ ਘਾੜਤ ਤੇਰੀ ਭੈ ਤੋਂ ਬਿਨਾਂ। ਅੰਧਾ ਸੱਚਾ ਅੰਧੀ ਸੱਟ। ਕੱਲ ਨੂੰ ਇਹਦੇ ਅਰਥ ਖੋਲਾਂਗੇ, ਪਰ ਅੱਜ ਜ਼ਰੂਰ ਦੱਸ ਦਈਏ ਕਿਉਂਕਿ ਫਿਰ ਜਿਹੜਾ ਹੈ ਉਹ ਸਮਝ ਪੈ ਜੇ। ਅੰਧਾ ਸੱਚਾ ਅੰਧੀ ਸੱਟ, ਇੱਥੇ ਸੱਚਾ ਦਾ ਅਰਥ ਹੈ ਸੰਚਾ। ਜਿਹੜਾ ਸਾਧ ਸੰਗਤ ਜੀ ਸੰਚਾ ਹੁੰਦਾ ਨਾ, ਉਹਦੇ ਵਿੱਚ ਜਦੋਂ ਕੋਈ ਜਿਵੇਂ ਸੋਇਨਾ ਉਦੋਂ ਢਾਲਣਾ ਹੋਵੇ, ਕੋਈ ਕਾਂਟੇ ਕੋਈ ਕੁਛ ਬਣਾਉਣਾ ਹੋਵੇ, ਤੇ ਸੰਚਿਆਂ ਵਿੱਚ ਅੱਖਰ ਵੀ ਪਾਏ ਹੁੰਦੇ। ਸੰਚਾ ਜਿਹੜਾ ਹੁੰਦਾ ਉਹਦੇ ਚ ਅੱਖਰ ਹੁੰਦੇ ਆ, ਤੇ ਜਦੋਂ ਲੋਹਾ ਢਾਲ ਕੇ ਪਾਉਂਦੇ ਆ ਤੇ ਜਦੋਂ ਠੰਡਾ ਹੁੰਦਾ ਨਾਲ ਹੀ ਅੱਖਰ ਛਪ ਕੇ ਬਾਹਰ ਨਿਕਲ ਆਉਂਦੇ। ਉਹ ਛਪੇ ਹੋਏ ਅੱਖਰ ਹੁੰਦੇ ਉਹਨਾਂ ਸੰਚਿਆਂ ਦੇ ਅੰਦਰ, ਉਹ ਸਿੱਧੇ ਅੱਖਰ ਨਹੀਂ ਹੁੰਦੇ, ਨਾਲੇ ਭੇਦ ਨਾਲ ਅੱਖਰ ਪੁੱਠੇ ਹੁੰਦੇ ਆ। ਤੇ ਸੰਚਿਆਂ ਦੇ ਵਿੱਚ ਜਦੋਂ ਢਾਲਦੇ ਆ ਲੋਹੇ ਨੂੰ ਜਾਂ ਸੋਨੇ ਨੂੰ, ਉਹਦੇ ਵਿੱਚ ਅੱਖਰ ਸਾਧ ਸੰਗਤ ਜੀ ਛਪ ਕੇ ਨਿਕਲਦੇ ਆ। ਮਹਾਰਾਜ ਕਹਿੰਦੇ ਜਿਹਦਾ ਹਿਰਦਾ ਰੂਪਾ ਹੀ ਸੰਚਾ ਹੀ ਅੰਧਾ, ਅੰਦਰ ਅਗਿਆਨ ਹੀ ਅਗਿਆਨ ਹੈ, ਤੇ ਉਹਦੀ ਸਿੱਖਿਆ ਰੂਪੀ ਸੱਟ ਕਦੋਂ? ਮਹਾਰਾਜ ਕਹਿੰਦੇ ਭਾਈ ਜਿਹੜੀ ਗਿਆਨ ਵਾਲੀ ਹੋਊਗੀ। ਫਿਰ ਅੰਧਾ ਸੰਚਾ, ਸੱਚਾ ਹੈ ਸ਼ਬਦ ਪੜਨ ਚ ਸੱਚਾ ਹੀ ਪੜਨਾ। ਅੰਧਾ ਸੱਚਾ ਅੰਧੀ ਸੱਟ, ਉਹਦੀ ਸਿੱਖਿਆ ਰੂਪੀ ਸੱਟ ਜਿਹੜੀ ਉਹ ਵੀ ਮਹਾਰਾਜ ਕਹਿੰਦੇ ਅੰਨੀ ਹੋਊਗੀ। ਐਵੇਂ ਹੀ ਗੱਲਾਂ ਕਰੀ ਜਾਣਗੇ, ਪੜ ਕੇ ਦੱਸੀ ਜਾਣਗੇ, ਤੇ ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ। ਉਹ ਕਿਉਂਕਿ ਅੰਦਰ ਅੰਤःਕਰਨ ਰੂਪੀ ਜਿਹੜਾ ਸੰਚਾ ਹੈ ਨਾ, ਉਹ ਵੀ ਅੰਨਾ ਹੀ ਹੈ, ਕਿਉਂਕਿ ਅੰਦਰ ਮਹਾਰਾਜ ਕਹਿੰਦੇ ਭਾਈ ਪ੍ਰੇਮ ਦੇ ਅੱਖਰ ਹੀ ਨਹੀਂ ਪਏ, ਅੰਦਰ ਵਾਹਿਗੁਰੂ ਦੇ ਭੈ ਦਾ ਅੱਖਰ ਨਹੀਂ ਪਿਆ ਹੈ। ਤੇ ਕਿੰਨੀ ਉਹਨਾਂ ਨੂੰ ਸਾਧ ਸੰਗਤ ਜੀ ਸਿੱਖਿਆ ਲੈ ਲੈਣ, ਉਹ ਭਾਵੇਂ ਕਿੰਨਾ ਗਿਆਨ ਲੈ ਲੈਣ, ਕੋਈ ਅੱਖਰ ਨਹੀਂ ਉਕਰਦਾ। ਜਦੋਂ ਉਪਦੇਸ਼ ਦੇਣਗੇ ਤਾਂ ਵੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਸਿੱਖਿਆ ਰੂਪੀ ਸੱਟ ਵੀ ਅੰਨੀ ਹੁੰਦੀ ਆ, ਗਿਆਨਤਾ ਵਾਲੀ ਹੁੰਦੀ ਆ। ਬੁੱਧੇ ਬਾਜੇ ਉਪਜਾ ਚਾਓ, ਜਿਨ੍ਹਾਂ ਦੀ ਬੁੱਧੀ ਵਿੱਚ ਮਹਾਰਾਜ ਕਹਿੰਦੇ ਸੰਸਾਰ ਦੀ ਬਾਜੀ ਖੇਡ ਵੇਖਣ ਦਾ ਚਾਅ ਜੇ ਉਪਜਿਆ, ਹੋਰ ਫਿਲਮਾਂ ਵੇਖ ਲਈਏ, ਹੋਰ ਖਾ ਲਈਏ, ਹੋਰ ਭੋਗ ਲਈਏ, ਜਿਨ੍ਹਾਂ ਨੂੰ ਇਹ ਚਾਅ ਹੀ ਅਜੇ ਉਪਜਿਆ। ਸਹਸ ਸਿਆਣਪ ਪਵਨ ਤਾਓ, ਹਜ਼ਾਰਾਂ ਸਿਆਣਪਾਂ ਦੇ ਬਚਨ ਮਹਾਰਾਜ ਕਹਿੰਦੇ ਉਹਨਾਂ ਨੂੰ ਸੁਣਾ ਦੋ ਤਾਂ ਵੀ ਅੰਦਰ ਭੈ ਦਾ ਤਾ ਨਹੀਂ ਪੈਂਦਾ। ਤਾ ਦਾ ਅਰਥ ਹੁੰਦਾ ਸੇਕ। ਉਹਨਾਂ ਨੂੰ ਭੈ ਫੁਰਦਾ ਹੀ ਨਹੀਂ, ਜਿੰਨਾ ਮਰਜੀ। ਹੁਣ ਕਿੰਨਾ ਬਰਾਗਮਈ ਉਪਦੇਸ਼ ਆ। ਫਰੀਦ ਜੀ ਦੀ ਬਾਣੀ ਪੜ੍ਹੀਏ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਉਹੇ ਤੈ ਪਾਸੋਂ ਓਏ ਲੱਗ ਗਏ, ਤੂੰ ਅਜੇ ਨਾ ਪਤੀਣ ਉਹੇ। ਉਹਨਾਂ ਨੂੰ ਤਾ ਹੀ ਨਹੀਂ ਫੁਰਦਾ, ਕਹਿੰਦੇ ਉਹ ਚਲੋ ਕੋਈ ਨਹੀਂ ਆਖਿਆ ਹੋਊਗਾ, ਤਾ ਹੀ ਨਹੀਂ ਫੁਰਦਾ। ਸਾਧ ਸੰਗਤ ਜੀ ਜਿੰਨੀਆਂ ਮਰਜੀ ਸਿਆਣੀਆਂ ਗੱਲਾਂ ਕਰ ਕਰਕੇ ਦੱਸ ਦੋ, ਸਹਿਸ ਸਿਆਣਪ ਪਵੈ ਨਾ ਤਾਓ। ਉਹਨਾਂ ਦਾ ਤਾਂ ਬੁੱਧੀ ਬਾਜੀ ਉਪਜੈ ਚਾਓ, ਉਹਨਾਂ ਨੂੰ ਤਾਂ ਸੰਸਾਰ ਦੀਆਂ ਖੇਡਾਂ ਦਾ ਚਾਅ ਉਪਜ ਰਿਹਾ। ਸਵੇਰੇ ਆਹ ਕੀਤਾ, ਸ਼ਾਮ ਨੂੰ ਆਹ ਕਰਨਾ, ਪਹਿਲਾਂ ਹੀ ਫੋਨ ਕੀਤਾ ਹੁੰਦਾ, ਤਿਆਰ ਹੋ ਜਾਓ ਬਸ ਸਮੇਂ ਨਾਲ ਹੀ ਚੱਲਾਂਗੇ ਫਿਲਮ ਵੇਖਣ। ਉਹ ਇਹੋ ਜਿਹੇ ਸਾਧ ਸੰਗਤ ਜੀ ਜਿਹਨੂੰ ਖੇਡਾਂ ਮੱਲਾਂ ਦੇ ਚਾਅ ਵਾ, ਉਹਨੂੰ ਕਿੱਥੇ ਸਿਆਣਪ ਦੀਆਂ ਕਿੰਨੀਆਂ ਗੱਲਾਂ ਦੱਸ ਦੋ, ਉਹਨਾਂ ਨੂੰ ਤਾ ਹੀ ਨਹੀਂ ਫੁਰਦਾ ਮਹਾਰਾਜ ਦੇ ਪ੍ਰੇਮ ਦਾ, ਉਹਨਾਂ ਨੂੰ ਭੈ ਪੈਂਦਾ ਹੀ ਨਹੀਂ ਹੈ। ਨਾਨਕ ਮਨਮੁਖ ਬੋਲਣ ਵਾਓ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕੌਡਿਆ ਮਨਮੁਖਾਂ ਦਾ ਬੋਲਣਾ ਜਿਹੜਾ ਨਾ ਉਹ ਵਾਓ ਵਿਅਰਥ ਹੀ ਹੈ। ਕੱਲ ਨੂੰ ਵਿਸਥਾਰ ਕਰਾਂਗੇ ਆਪਾਂ, ਸ਼ਬਦ ਦੇ ਅੰਤਰੀਵ ਅਰਥ ਵੀ ਸੁਣਾਂਗੇ। ਅੰਧਾ ਅੱਖਰ ਵਾਓ ਦੁਆਓ, ਜਿਹੜਾ ਮਹਾਰਾਜ ਕਹਿੰਦਾ ਆਪ ਅਗਿਆਨੀ ਹੈ, ਹਜ਼ੂਰ ਕਹਿੰਦੇ ਨੇ ਉਹਦਾ ਜਿਹੜਾ ਅੱਖਰ ਉਪਦੇਸ਼ ਵਾ ਨਾ ਉਹ ਵੀ ਮਹਾਰਾਜ ਕਹਿੰਦੇ ਅਗਿਆਨਤਾ ਵਾਲਾ ਹੀ ਹੈ। ਤੇ ਜਦੋਂ ਹਜ਼ੂਰ ਕਹਿੰਦੇ ਭਾਈ ਉਹਨਾਂ ਦਾ ਬੋਲਣਾ ਹੁੰਦਾ ਨਾ ਵਾਓ ਦਵਾਓ, ਵਾਓ ਕੀ ਹੈ ਸਰਾਪ, ਦਵਾਓ ਕੀ ਹੈ ਦਵਾਓ ਵਰ ਦੇਣਾ। ਉਹ ਮਹਾਰਾਜ ਕਹਿੰਦੇ ਖੜਕੇ ਦੀ ਨਿਆਈ ਬਸ ਹੁੰਦਾ ਹੈ, ਕੁਝ ਨਹੀਂ ਕਰ ਸਕਦੇ ਹੁੰਦੇ। ਇਹੋ ਜਿਹੇ ਪਖੰਡੀ ਨਾ ਕਈ ਉਹਨਾਂ ਤੋਂ ਡਰੀ ਜਾਂਦੇ ਹੁੰਦੇ ਆ, ਉਹ ਜੀ ਸਾਨੂੰ ਸ਼ਰਾਪ ਦੇਤਾ ਜੀ, ਸੰਤਾਂ ਨੇ ਐਂ ਕਰਤਾ ਜੀ। ਉਹ ਸੰਤ ਨਹੀਂ ਛੇਤੀ ਸ਼ਰਾਪ ਦਿੰਦੇ ਭਾਈ। ਜੇ ਤੁਸੀਂ ਰੱਬ ਦੀ ਕੋਈ ਜਿਹੜੀ ਹੈ ਨਰਾਦਰੀ ਕਰੋਗੇ ਫਿਰ ਤਾਂ ਸੰਤ ਸ਼ਰਾਪ ਦੇ ਦੂ, ਫਿਰ ਤਾਂ ਉਹਨਾਂ ਦਾ ਉਹ ਵੀ ਨਿਰੰਕਾਰ ਦੀ ਆਗਿਆ 'ਚ ਹੀ ਬਚਨ ਕਰਦੇ ਆ, ਫਿਰ ਸੁਤੇ ਹੀ। ਤੇ ਜਿਹੜੇ ਸੰਤ ਹੈ ਉਹ ਸਾਧ ਸੰਗਤ ਜੀ ਰੱਬ ਦੀ ਰਜਾ 'ਚ ਰਹਿੰਦੇ ਆ, ਉਹਦੀ ਰਜਾ 'ਚ ਹੀ ਬਚਨ ਕਰਨਗੇ। ਤੇ ਜਿਹੜਾ ਅਗਿਆਨੀ ਹੈ, ਜਿਹਦਾ ਮਹਾਰਾਜ ਕਹਿੰਦੇ ਭਾਈ ਅੱਖਰ ਆਖਿਆ ਹੋਇਆ ਉਪਦੇਸ਼ ਵੀ ਫਿਰ ਉਹਦਾ ਅੰਨਾ ਹੀ ਹੋਣਾ, ਅਗਿਆਨਤਾ ਵਾਲਾ ਹੀ ਹੋਣਾ। ਤੇ ਜੇ ਕੋਈ ਉਹ ਕਈ ਇਹੋ ਜਿਹੇ ਪਖੰਡ ਕਰਦੇ ਆ ਤੇ ਉਹ ਬੀਬੀਆਂ ਵਿਚਾਰੀਆਂ ਕਿ ਬਾਬਾ ਜੀ ਬੱਚੇ ਦੀ ਦਾਤ ਬਖਸ਼ੋ, ਤੇ ਗੁਰੂ ਘਰ ਦਾ ਸੀ ਵਿਧੀ ਵਿਧਾਨ ਵੇਖਿਆ, ਐਡੇ ਐਡੇ ਸਤਪੁਰਸ਼ਾਂ ਨੇ
ਕਹਿਣਾ ਅੱਛਾ ਭਾਈ ਪੰਜਾਂ ਪਿਆਰਿਆਂ ਤੋਂ ਅਰਦਾਸ ਕਰਾਇਓ, ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰੋ, ਉੱਥੇ ਅਰਦਾਸ ਕਰਾਇਓ, ਫਿਰ ਬਾਬਾ ਬੁੱਢਾ ਸਾਹਿਬ ਜਾਏ ਅਰਦਾਸ ਕਰਾਇਓ। ਉਹ ਸਾਧ ਸੰਗਤ ਜੀ ਭਾਵੇਂ ਉਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਆਪ ਹੀ ਅਰਦਾਸ ਕਰਕੇ ਕਾਰਜ ਕਰਨਾ ਹੁੰਦਾ, ਪਰ ਨਿਮਰਤਾ ਸਿਖਾ ਦਿੰਦੇ। ਤੇ ਜਿਹੜੇ ਹੁੰਦੇ ਪਖੰਡੀ, ਉਹ ਐਵੇਂ ਕੋਈ ਨਾ ਕੋਈ ਗੱਲ ਕਹਿ ਕੇ ਬਸ ਹੋ ਜਾਏਗਾ ਪੁੱਤਰ, ਤੇ ਜੇ ਨਾ ਹੋਇਆ ਤੇ ਉਹਨਾਂ ਨੂੰ ਕੀ ਹੈ ਕਿ ਟੁੱਟ ਜੂਗਾ, ਇੱਕ ਸ਼ਰਧਾਲੂ ਟੁੱਟ ਜੂ, ਹੋਰ 99 ਦੇ ਵਿੱਚੋਂ 100 ਚੋਂ ਇੱਕ ਟੁੱਟ ਗਿਆ, 99 ਪਏ ਆ, ਤੇ ਜੇ ਹੋ ਗਿਆ ਤੇ ਪੱਕਾ ਸ਼ਰਧਾਲੂ ਬਣ ਗਿਆ। ਉਹ ਬਾਬਾ ਜੀ ਨੇ ਕਿਹਾ ਸੀ, ਮਹਾਂਪੁਰਸ਼ਾਂ ਕਿਹਾ ਸੀ। ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦਾ ਜਿਹੜਾ ਵਰ ਦੇਣਾ ਤੇ ਸਰਾਪ ਦੇਣਾ ਨਾ ਹਵਾ ਦੇ ਖੜਕੇ ਵਾਂਗੂ ਹੀ ਹੁੰਦਾ ਹੈ। ਜਿਹੜਾ ਆਪ ਅਗਿਆਨੀ ਹੈ ਉਹਨ ਕਿਸੇ ਨੂੰ ਸਾਧ ਸੰਗਤ ਜੀ ਕੀ ਗਿਆਨ ਦਾ ਉਪਦੇਸ਼ ਦੇ ਦੇਣਾ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਸ਼ਬਦ ਸੰਪੂਰਨ ਹੋਇਆ, ਰਾਗ ਦੀ ਆਰੰਭਤਾ ਸੀ, ਇਸ ਕਰਕੇ ਸਮਾਂ ਵਧੇਕ ਲੱਗ ਗਿਆ, ਮਾਫੀ ਬਖਸ਼ਣੀ। ਤੋਂ ਕੱਲ ਨੂੰ ਆਪਾਂ ਸ਼ਬਦ ਦੇ ਅੰਤਰੀਵ ਅਰਥ ਬਾਹਰੀ ਅਰਥ ਇੱਕ ਵਾਰੀ ਫਿਰ ਕਰਾਂਗੇ, ਕਿਉਂਕਿ ਕਾਲੀ ਕਾਲੀ 'ਚ ਜਿਹੜਾ ਨਾ ਉਹ ਸਾਧ ਸੰਗਤ ਜੀ ਧਿਆਨ ਜਿਹੜਾ ਹੈ ਉਹ ਫਿਰ ਨਹੀਂ ਇੰਨਾ ਲੱਗਦਾ। ਮਹਾਰਾਜ ਜੀ ਕਿਰਪਾ ਕਰਨ, ਆਪਾਂ ਕੱਲ ਨੂੰ ਫਿਰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਬੁੱਧੇ ਬਾਜੇ ਉਪਜੈ ਚਾਓ, ਸਹਿਸ ਸਿਆਣਪ ਪਵੈ ਨਾ ਤਾਓ। ਨਾਨਕ ਮਨ ਮੁਖ ਬੋਲਣ ਵਾਓ, ਅੰਧਾ ਅਖਰ ਵਾਓ ਦੁਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਆਗਨਾ।